श्री अर्जन बिघ्नन के नासक, बिघ्नन के नासक। श्री हरगोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम कृपाला, परम कृपाला। श्री गुरु गोबिंद सिंह बेसाला। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, जिसमें अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। सतगुर मम बेरी कटहो, निज बेरी परचार। एह बेरी होए भव सफल, बिन बेरी कर पार। एकंकारा सतगुरु, तेह प्रसाद सच होए। वाहेगुरु जी की फतेह। बिघ्न विनाशन सोए। एकंकारा सतगुरु, तेह प्रसाद सच होए। वाहेगुरु जी की फतेह। बिघ्न विनाशन सोए। सतनाम श्री वाहिगुरु साहिब जी। दोहरा इम सन्मुख होए कर खरे, गाई सिफत सुनाए। वध्यो प्रेम दो दिशन, जल आनंद चख आए। इम सन्मुख होए कर खरे, गाई सिफत सुनाए। गरीब नवाज दीन दुनिया दे मालक, चबर छत्र तखत दे मालक,
ਸਮਰੱਥ ਗੁਰੂ, ਪ੍ਰਤੱਖ ਗੁਰੂ, ਸਤਿਗੁਰ ਦੇਵ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ। ਪਰਮੇਸ਼ਰ ਦੀ ਪ੍ਰਤੱਖ ਮੂਰਤੀ, ਪ੍ਰਤੱਖ ਸਵਰੂਪ, ਦਾਸਾਂ ਗਰੀਬਾਂ ਨੂੰ ਨਿਵਾਜਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜ਼ੂਰ ਸੱਚੇ ਪਾਤਸ਼ਾਹ, ਜਗਤ ਗੁਰੂ, ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਭ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਹੋਈ ਹੈ। ਆਪ ਜੀ ਸਮੂਹ ਸੰਗਤ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਨ ਵਾਸਤੇ, ਆਪਣੇ ਭਲੇ ਹਿੱਤ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਵਿੱਚ ਜੁੜ ਕੇ ਬੈਠੇ ਹੋਏ ਹੋ। ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ। ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਸੰਸਾਰ ਨੂੰ ਤਾਰਨ ਹਿੱਤ, ਸੰਸਾਰ ਦਾ ਭਲਾ ਕਰਨ ਵਾਸਤੇ, ਜੀਵਾਂ ਦੇ ਕਲਿਆਣ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਰੋਵਰ ਦਾ ਨਿਰਮਾਣ ਕਰਵਾ ਰਹੇ ਹਨ। ਉਸ ਦੌਰਾਨ ਜਦੋਂ ਐਸਾ ਨਿਰਮਾਣ ਸ੍ਰੀ ਪਰਮੇਸ਼ਰ ਜੀ, ਅਕਾਲ ਪੁਰਖ ਜੀ, ਵਾਹਿਗੁਰੂ ਜੀ, ਜੋ ਕਿ ਸਾਰੀ ਸ੍ਰਿਸ਼ਟੀ ਦੇ ਮਾਲਕ ਹਨ, ਉਹਨਾਂ ਨੇ ਸੱਚਖੰਡ ਵਿੱਚ ਬੈਠਿਆਂ ਤੱਕਿਆ ਹੈ ਤੇ ਪਰਮੇਸ਼ਰ ਜੀ ਦਾ ਸ਼ੁਰੂ ਤੋਂ ਸੁਭਾਅ ਹੈ, ਮੁੱਢ ਕਦੀਮਾ ਤੋਂ ਸੁਭਾਅ ਹੈ। ਪਰਮੇਸ਼ਰ ਜੀ ਆਪਣੇ ਪਿਆਰਿਆਂ ਦੀ ਪੈਜ ਰੱਖਦੇ ਹਨ, ਆਪਣੇ ਭਗਤਾਂ ਦੀ ਰੱਖਿਆ ਕਰਨ ਵਾਸਤੇ ਖੁਦ ਧਰਤੀ ਤੇ ਆਉਂਦੇ ਹਨ। ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਉਪਮਾ ਪਰਮੇਸ਼ਰ ਜੀ ਨੇ ਸੱਚਖੰਡ ਵਿੱਚ ਬੈਠ ਕੇ ਵੀ ਬਹੁਤ ਜ਼ਿਆਦਾ ਕੀਤੀ ਜੀ। ਉਹ ਕੱਲ ਤੁਸੀਂ ਪ੍ਰਸੰਗ ਸਰਵਣ ਕੀਤਾ, ਕਿਵੇਂ ਸੱਚਖੰਡ ਦੇ ਵਿੱਚ ਬੈਠ ਕੇ ਪਰਮੇਸ਼ਰ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਤਤ ਕੀਤੀ ਹੈ। ਸੱਚਖੰਡ ਵਿੱਚ ਉਹ ਰੂਹਾਂ ਬੈਠੀਆਂ ਨੇ ਜਿਹੜੀਆਂ ਪਰਮੇਸ਼ਰ ਦੇ ਨਾਲ ਓਤ-ਪੋਤ ਹਨ। ਉਹਨਾਂ ਰੂਹਾਂ ਨੂੰ ਪਰਮੇਸ਼ਰ ਜੀ ਨੇ ਬਚਨ ਕੀਤਾ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਧਾਰਨ ਕੀਤਾ। ਉਹਦੇ ਤੋਂ ਬਾਅਦ ਹੁਣ ਪੰਜਵਾਂ ਸਰੂਪ ਗੁਰੂ ਅਰਜਨ ਸਾਹਿਬ ਜੀ ਦਾ ਧਰਤੀ ਤੇ ਵਿਚਰ ਰਿਹਾ ਹੈ। ਦੁਨੀਆ ਨੂੰ ਤਾਰਨ ਵਾਸਤੇ, ਸਾਰੇ ਜੀਵਾਂ ਦਾ ਭਲਾ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਕਰਨਾ ਹੈ। ਹਰਿਮੰਦਰ ਸਾਹਿਬ ਐਸੀ ਥਾਂ ਹੋਵੇਗੀ ਜਿੱਥੇ ਦਿਨ ਰਾਤ ਵਾਹਿਗੁਰੂ ਦਾ ਭਜਨ ਹੋਵੇਗਾ। ਸਾਧ ਸੰਗਤ ਜੀ, ਆਪ ਜੀ ਨੇ ਕੱਲ ਸਰਵਣ ਕੀਤਾ ਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਥੋੜ੍ਹੇ ਜਿਹੇ ਸਮੇਂ ਵਾਸਤੇ ਵੀ ਪਰਮੇਸ਼ਰ ਦਾ ਭਜਨ ਜਿਹੜਾ ਹੈ ਉਹ ਬੰਦ ਨਹੀਂ ਹੁੰਦਾ। ਪਰਮੇਸ਼ਰ ਦਾ ਭਜਨ ਜਿਹੜਾ ਹੈ ਉਹ ਚੱਲਦਾ ਹੀ ਰਹਿੰਦਾ ਹੈ। ਸੋ ਖੁਦ ਪਰਮੇਸ਼ਰ ਜੀ ਨੇ ਫਿਰ ਫੁਰਨਾ ਬਣਾਇਆ ਕਿ ਮੈਂ ਆਪ ਧਰਤੀ ਤੇ ਜਾਵਾਂ ਔਰ ਉਸ ਬਣ ਰਹੇ ਸਰੋਵਰ ਦੇ ਵਿੱਚ ਆਪ ਸੇਵਾ ਕਰਾਂ। ਪਰਮੇਸ਼ਰ ਜੀ, ਕਵੀ ਸੰਤੋਖ ਸਿੰਘ ਜੀ ਨੇ ਪਰਮੇਸ਼ਰ ਜੀ ਦੇ ਬਾਰੇ ਦੱਸਿਆ, ਆਪਣੇ ਭਗਤਾਂ ਦੀ ਲੋੜ ਪੂਰੀ ਕਰਨ ਵਾਸਤੇ ਕਿਸੇ ਵੀ ਰੂਪ ਨੂੰ ਪਰਮੇਸ਼ਰ ਜੀ ਧਾਰਨ ਕਰ ਲੈਂਦੇ ਆ। ਚਾਹੇ ਉਹ ਨਰਸਿੰਘ ਦਾ ਰੂਪ ਹੋਵੇ, ਚਾਹੇ ਉਹ ਕਬੀਰ ਸਾਹਿਬ ਜੀ ਦੇ ਸਮੇਂ ਰਾਜੇ ਦਾ ਰੂਪ ਹੋਵੇ, ਚਾਹੇ ਉਹ ਸਾਧ ਸੰਗਤ ਜੀ ਨਾਮਦੇਵ ਜੀ ਦੇ ਸਮੇਂ ਪਰਮੇਸ਼ਰ ਜੀ ਖੁਦ ਆ ਕੇ ਕਹਿਣ ਵੀ ਦੱਸ ਨਾਮਦੇਵ, ਜੇ ਤੂੰ ਕਹੇ ਮਰੀ ਹੋਈ ਗਾਂ ਨੂੰ ਜਿਉਂਦਿਆਂ ਕਰਦਿਆਂ
ਜੇ ਤੂੰ ਆਖੇ ਧਰਤੀ ਪੁੱਠੀ ਕਰ ਦਿਆਂ। ਕਿਉਂਕਿ ਸਾਧ ਸੰਗਤ ਦੀ ਜਿੱਥੇ ਪਰਮੇਸ਼ਰ ਦੀ ਆਪਣੀ ਬਹੁਤ ਵੱਡੀ ਵਡਿਆਈ ਹੈ ਨਾ, ਉੱਥੇ ਪਰਮੇਸ਼ਰ ਨੇ ਆਪਣੇ ਭਗਤਾਂ ਨੂੰ ਵੀ ਬੜੀ ਵੱਡੀ ਵਡਿਆਈ ਦਿੱਤੀ ਹੈ। ਮਹਾਰਾਜ ਜੀ ਦੀ ਬਾਣੀ ਪੜ੍ਹ ਲਓ। ਪਰਮੇਸ਼ਰ ਜੀ ਨੂੰ ਜਿੱਥੇ ਕੀਰਤੀ ਬਹੁਤ ਪਸੰਦ ਹੈ ਨਾ, ਉੱਥੇ ਭਗਤ ਵੀ ਬੜੇ ਚੰਗੇ ਲੱਗਦੇ ਹੈ। ਭਗਤ ਤੇਰਾ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਭਗਤ ਵਾਹਿਗੁਰੂ ਨੂੰ ਬਹੁਤ ਚੰਗੇ ਲੱਗਦੇ ਨੇ, ਬੜੇ ਪਿਆਰੇ ਲੱਗਦੇ ਨੇ। ਸ੍ਰੀ ਪਰਮੇਸ਼ਰ ਜੀ ਫਿਰ ਖੁਦ ਆਪ ਆਏ ਆ, ਇੱਕ ਮਜ਼ਦੂਰ ਦਾ ਰੂਪ ਧਾਰਨ ਕਰਕੇ ਆਏ। ਪਰਮੇਸ਼ਰ ਜੀ ਨੇ ਲੱਕ ਤੇ ਵੀ ਪਰਨਾ ਬੰਨਿਆ, ਸੀਸ ਤੇ ਵੀ ਪਰਨਾ ਬੰਨਿਆ, ਤੇ ਉਹ ਸਾਧ ਸੰਗਤ ਦੀ ਮੋਢੇ ਤੇ ਕਹੀ ਰੱਖੀ ਹੈ, ਟੋਕਰੀ ਫੜੀ ਹੈ ਹੱਥ ਵਿੱਚ। ਮਜ਼ਦੂਰ ਬਣ ਕੇ ਹਰਿਮੰਦਰ ਸਾਹਿਬ ਦੇ ਵਿੱਚ ਆ ਗਏ। ਸਾਧ ਸੰਗਤ ਦੀ ਜਿੱਥੇ ਹਰ ਕੀ ਪੌੜੀ ਹੈ ਨਾ, ਇਹ ਬਚਨ ਧਿਆਨ ਨਾਲ ਸੁਣਿਓ। ਇੱਥੇ ਬਹੁਤ ਸਖਤ ਜ਼ਮੀਨ ਸੀ ਹਰਿਮੰਦਰ ਸਾਹਿਬ ਦੇ ਅੰਦਰ, ਜਿੱਥੇ ਹਰ ਕੀ ਪੌੜੀ ਹੈ। ਔਰ ਕਿਉਂਕਿ ਸਰੋਵਰ ਦੀ ਪੁਟਾਈ ਵਾਸਤੇ ਮਿੱਟੀ ਉੱਥੋਂ ਕੱਢਣੀ ਸੀਗੀ, ਇੱਥੇ ਬਹੁਤ ਸਖਤ ਜ਼ਮੀਨ ਸੀ। ਇੱਥੋਂ ਦੀ ਫਿਰ ਜਿਹੜੀ ਪੁਟਾਈ ਹੈ, ਅਕਾਲ ਪੁਰਖ ਜੀ ਨੇ ਖੁਦ ਆ ਕੇ ਕੀਤੀ ਹੈ ਜੀ। ਮਹਾਰਾਜ ਖੁਦ ਆਏ ਹੈ ਅਕਾਲ ਪੁਰਖ ਜੀ। ਇਸੇ ਕਰਕੇ ਹੀ ਸਾਧ ਸੰਗਤ ਜੀ ਹਰ ਕੀ ਪੌੜੀ ਨੂੰ ਹਰ ਕੀ ਪੌੜੀ ਦਾ ਨਾਮ ਦਿੱਤਾ ਗਿਆ ਹੈ। ਹਰ ਕੀ ਪੌੜੀ ਤੋਂ ਭਾਵ ਪਰਮੇਸ਼ਰ ਦੀ ਪੌੜੀ। ਉਹ ਪੌੜੀ, ਉਹ ਪੜਾਓ ਜਿੱਥੇ ਖੁਦ ਅਕਾਲ ਪੁਰਖ ਜੀ ਨੇ ਆ ਕੇ ਸੇਵਾ ਕੀਤੀ ਹੈ। ਸੋ ਸਾਰਾ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕਰ ਹੀ ਲਿਆ ਸੀ। ਅਕਾਲ ਪੁਰਖ ਜੀ ਦਾ ਵੇਖ ਕੇ ਵੀ ਅਕਾਲ ਪੁਰਖ ਜੀ ਆਪ ਹੀ ਸੇਵਾ ਕਰਨ ਆ ਗਏ ਆ। ਜਿੰਨੇ ਦੇਵੀ ਦੇਵਤੇ ਨੇ ਉਹ ਵੀ ਫਿਰ ਸਰੀਰ ਧਾਰਨ ਕਰਕੇ ਆ ਕੇ ਸੇਵਾ ਕਰਨ ਲੱਗ ਪਏ ਜੀ। ਅਕਾਲ ਪੁਰਖ ਜੀ ਆਪ ਮਿੱਟੀ ਪੁੱਟਦੇ ਆ ਤੇ ਦੇਵਤਿਆਂ ਦੀਆਂ ਟੋਕਰੀਆਂ ਦੇ ਵਿੱਚ ਮਿੱਟੀ ਪਾਈ ਜਾਂਦੇ ਆ। ਦੇਵਤੇ ਜਿਹੜੇ ਆ ਉਹ ਮਿੱਟੀ ਚੁੱਕ ਚੁੱਕ ਕੇ ਬਾਹਰ ਸੁੱਟ ਕੇ ਆ ਰਹੇ। ਗੁਰੂ ਅਰਜਨ ਸਾਹਿਬ ਜੀ ਨੇ ਫਿਰ ਅਕਾਲ ਪੁਰਖ ਜੀ ਨੂੰ ਪਛਾਣ ਲਿਆ ਜੀ, ਵੀ ਇਹ ਕੋਈ ਹੋਰ ਨਹੀਂ ਹੈ, ਇਹ ਖੁਦ ਅਕਾਲ ਪੁਰਖ ਜੀ ਹੀ ਹਨ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਛਾਣ ਲਿਆ, ਮਹਾਰਾਜ ਆਏ, ਨਮਸਕਾਰ ਕੀਤੀ ਹੈ। ਉਹਦੇ ਤੋਂ ਪਹਿਲਾਂ ਦੂਰੋਂ ਪਛਾਣ ਕੇ ਨਾ ਜਿੱਥੇ ਖਲੋਤੇ ਨੇ, ਉੱਥੇ ਹੀ ਗੁਰੂ ਅਰਜਨ ਸਾਹਿਬ ਨੇ ਸ਼ਬਦ ਗਾਉਣਾ ਆਰੰਭ ਕਰ ਦਿੱਤਾ। ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ਼ਬਦ ਉਚਾਰਿਆ, ਇਹਦਾ ਭਾਵ ਕੀ ਹੈ? ਇਹ ਸੰਸਾਰ ਦੇ ਲੋਗੋ, ਅਕਾਲ ਪੁਰਖ ਆਪਣੇ ਸੰਤਾਂ ਦਾ ਕੰਮ ਸਵਾਰਨ ਵਾਸਤੇ ਆਪ ਧਰਤੀ ਤੇ ਆਉਂਦੇ ਨੇ, ਤੇ ਹਰ ਕੰਮ ਵਿੱਚ ਆਪ ਆ ਕੇ ਸਹਾਈ ਹੁੰਦੇ ਆ। ਹਰਿਮੰਦਰ ਸਾਹਿਬ ਜੀ ਦੀ ਜਿਹੜੀ ਧਰਤੀ ਹੈ, ਧਰਤ ਸੁਹਾਵੀ ਤਾਲ ਸੁਹਾਵਾ। ਤਾਲ ਨਾਮ ਸਰੋਵਰ ਦਾ ਹੈ, ਸਰੋਵਰ ਵੀ ਸੁਹਾਵਣਾ ਹੈ। ਇਹਦੇ ਵਿੱਚ ਅੰਮ੍ਰਿਤ ਜਲ ਪਰਮੇਸ਼ਰ ਦਾ ਨਾਮ ਛਾ ਜਾਣਾ ਹੈ, ਉਹ ਵੀ ਸੁਹਾਵਣਾ ਹੈ। ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਜਿਸ ਵਾਹਿਗੁਰੂ ਦਾ ਵੇਦਾਂ ਪੁਰਾਣਾ ਵਿੱਚ ਵੀ ਜਸ ਹੋ ਰਿਹਾ ਨਾ, ਉਹ ਵਾਹਿਗੁਰੂ ਜੀ ਫਿਰ ਆਪ ਆ ਕੇ ਕਾਰਜ ਸਵਾਰ ਰਹੇ ਹਨ, ਕਾਰਜ ਕਰ ਰਹੇ ਹਨ। ਕਹਿੰਦੇ ਉਹਦਾ ਬਿਰਦ ਹੈ ਪਰਮੇਸ਼ਰ ਦਾ। ਕੀ ਬਿਰਦ ਹੈ? ਆਪਣੇ ਭਗਤਾਂ ਦੇ ਕੰਮਾਂ ਵਿੱਚ ਆ ਕੇ ਸ਼ਾਮਲ ਹੋ ਜਾਣਾ। ਸਾਧ ਸੰਗਤ ਜੀ, ਕਥਾ ਬੜੀ ਲੰਬੀ ਚਲੇ ਜਾਣੀ ਹੈ। ਪਰਮੇਸ਼ਰ ਜੀ ਦਾ ਵੀ ਬਿਰਦ ਹੈ, ਤੇ ਜੇ ਸੱਚ ਮੰਨੋ ਤੇ ਗੁਰੂ ਸਾਹਿਬ ਜੀ ਦਾ ਵੀ ਇਹੋ ਹੀ ਬਿਰਦ ਹੈ। ਜਦੋਂ ਸਿੱਖਾਂ ਦੇ ਕਾਰਜ ਹੁੰਦੇ ਆ,
ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪ ਆ ਕੇ ਸਹਾਈ ਹੋ ਜਾਂਦੇ ਆ। ਤੁਸੀਂ ਕਥਾ ਸੁਣੀ ਨਾ, ਭਾਈ ਸ਼ੀਆਂ ਜੀ ਦੀ ਧੀ ਦਾ ਵਿਆਹ ਸੀ, ਪਦਾਰਥ ਮੁੱਕ ਗਏ ਸਨ, ਸਾਰੇ ਸੰਗਤ ਨੂੰ ਛਕਾ ਦਿੱਤੇ ਸਨ। ਭਾਈ ਸ਼ੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਸੀ, ਗੁਰੂ ਨਾਨਕ ਸਾਹਿਬ ਜੀ ਨੇ ਪਦਾਰਥ ਮੁੱਕਣ ਨਹੀਂ ਸੀ ਦਿੱਤੇ ਜੀ। ਸੋ ਮਹਾਰਾਜ ਵੀ ਆਪਣੇ ਸਿੱਖਾਂ ਦੇ ਕਾਰਜ ਜਿਹੜੇ ਆ ਉਹ ਸਵਾਰਦੇ ਆ। ਸਾਰਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ ਜੀ ਨੇ ਉਚਾਰਿਆ। ਹੁਣ ਇਹਦੇ ਤੋਂ ਅੱਗੇ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਮ ਸਨਮੁਖ ਹੋਏ ਕਰ ਖਰੇ, ਗਾਈ ਸਿਫਤ ਸੁਨਾਏ। ਸਿਫਤਾਂ ਕਰਦਿਆਂ ਕਰਦਿਆਂ, ਕੀਰਤਨ ਕਰਦਿਆਂ ਨਾ ਗੁਰੂ ਅਰਜਨ ਸਾਹਿਬ ਚੱਲ ਕੇ ਪਰਮੇਸ਼ਰ ਜੀ ਦੇ ਸਾਹਮਣੇ ਆ ਕੇ ਖਲੋ ਗਏ ਜੀ। ਸਾਹਮਣੇ ਖਲੋ ਕੇ ਖੂਬ ਵਾਹਿਗੁਰੂ ਦੀਆਂ ਸਿਫਤਾਂ ਗਾ ਕੇ ਕੀਤੀਆਂ ਜੀ ਪਰਮੇਸ਼ਰ ਜੀ ਦੀਆਂ। ਗੁਰੂ ਅਰਜਨ ਸਾਹਿਬ ਨੇ ਉਸ ਸਮੇਂ ਸ਼ਬਦ ਗਾਇਆ ਆਪਣੇ ਮੁਖ ਤੋਂ, ਅਕਾਲ ਪੁਰਖ ਜੀ ਦੇ ਦਰਸ਼ਨ ਕਰਕੇ। ਕੱਲ ਵੀ ਬੇਨਤੀ ਕੀਤੀ ਸੀ, ਇੱਕ ਰੂਪ ਖੁਦ ਨੇ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਦਾ, ਦੂਜਾ ਰੂਪ ਸਾਹਮਣੇ ਆ ਕੇ ਖਲੋਤਾ ਹੈ। ਹਾਂਜੀ। ਵਧਿਓ ਪ੍ਰੇਮ ਦੋ ਦਿਸ਼ਨ, ਜਲ ਆਨੰਦ ਚਖ ਆਏ। ਕਹਿੰਦੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਅਕਾਲ ਪੁਰਖ ਜੀ ਦੇ ਸਾਹਮਣੇ ਹੋਏ ਹੈ ਨਾ, ਸ਼ਬਦ ਸੰਪੂਰਨ ਕੀਤਾ ਹੈ। ਮਹਾਰਾਜ ਇੰਨੇ ਪ੍ਰੇਮ ਚ ਆਏ ਹੈ, ਇੰਨੇ ਪ੍ਰੇਮ ਚ ਆ ਗਏ ਹੈ, ਗੁਰੂ ਅਰਜਨ ਦੇਵ ਮਹਾਰਾਜ ਦੇ ਨੇਤਰਾਂ ਚ ਜਲ ਆ ਗਿਆ ਹੈ ਜੀ। ਮਹਾਰਾਜ ਬੈਰਾਗੀ ਹੋ ਗਏ। ਖੁਦ ਅਕਾਲ ਪੁਰਖ ਜੀ ਆਏ ਨੇ, ਕੋਈ ਛੋਟੀ ਹਸਤੀ ਥੋੜੀ ਆਏ ਨੇ। ਹਾਂਜੀ। ਚੌਪਈ। ਸ਼੍ਰੀ ਅਰਜਨ ਅਰਜਨ ਕਰਨੀਕੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਹੱਥ ਜੋੜ ਕੇ ਪਰਮੇਸ਼ਰ ਜੀ ਨੂੰ ਬੇਨਤੀ ਕੀਤੀ। ਹਾਂਜੀ। ਅਰਜਨ ਕੀਰਤ ਗੁਣ ਪ੍ਰਭ ਹੀ ਕੇ। ਕੀ ਮਹਾਰਾਜ ਤੁਸੀਂ ਆਪਣੇ ਸੇਵਕਾਂ ਦੀਆਂ ਬੇਨਤੀਆਂ ਸੁਣਦੇ ਆ। ਮਹਾਰਾਜ ਤੁਸੀਂ ਤੇ ਆਪ ਹੀ ਚੱਲ ਕੇ ਆ ਗਏ, ਆਪ ਜੀ ਦਾ ਘਰ ਬਣ ਰਿਹਾ। ਮਹਾਰਾਜ ਤੁਸੀਂ ਆਪ ਹੀ ਚੱਲ ਕੇ ਆ ਗਏ ਪਰਮੇਸ਼ਰ ਜੀ। ਨਿਕਟ ਹੋਏ ਕਰ ਦੋਨੋਂ ਹਾਥ। ਇਹ ਕਹਿੰਦਿਆਂ ਨੇੜੇ ਹੋ ਕੇ ਨਾ ਗੁਰੂ ਅਰਜਨ ਸਾਹਿਬ ਨੇ ਆਪਣੇ ਦੋਵੇਂ ਹੱਥ ਪਰਮੇਸ਼ਰ ਜੀ ਦੇ ਚਰਨਾਂ ਦੇ ਨੇੜੇ ਕਰਕੇ ਪਸਰੇ ਪਦ ਅਰਬਿੰਦਨ ਸਾਥ। ਤੇ ਗੁਰੂ ਅਰਜਨ ਦੇਵ ਸਾਹਿਬ ਆਪ ਰੱਬ, ਆਪ ਪਰਮੇਸ਼ਰ, ਅਕਾਲ ਪੁਰਖ ਜੀ ਦੇ ਚਰਨਾਂ ਤੇ ਹੱਥ ਲਾਏ ਮਹਾਰਾਜ ਨੇ। ਧੰਨੋ ਅਕਾਲ ਪੁਰਖ ਜੀ, ਬੜੀ ਕਿਰਪਾ ਕੀਤੀ, ਤੁਸੀਂ ਦਰਸ਼ਨ ਦਿੱਤੇ ਆ। ਹਾਂਜੀ। ਗ੍ਰਹਿ ਤ੍ਰਿਲੋਕਪਤ ਅੰਕ ਭਰੇ ਹੈ। ਤੇ ਅੱਗੋਂ ਫਿਰ ਪਰਮੇਸ਼ਰ ਜੀ ਨੇ ਪਤਾ ਕੀ ਕੀਤਾ ਜੀ, ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੀ ਸੀਨੇ ਨਾਲ ਲਾ ਲਿਆ ਜੀ। ਹੁਣ ਵੇਖੋ, ਜਿੱਥੇ ਖੁਦ ਅਕਾਲ ਪੁਰਖ ਜੀ ਕਿਸੇ ਨੂੰ ਸੀਨੇ ਨਾਲ ਲਾਉਣ, ਉਹ ਕੋਈ ਆਮ ਹਸਤੀ ਤਾਂ ਨਹੀਂ ਹੋ ਸਕਦੀ ਜੀ। ਗੁਰੂ ਰਾਮਦਾਸ ਸਾਹਿਬ ਗੁਰੂ ਦੀ ਹਸਤੀ ਦੱਸਦੇ ਆ, ਕਹਿੰਦੇ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ। ਗੁਰੂ ਅਰਜਨ ਸਾਹਿਬ ਤੇ ਆਪ ਹੀ ਪ੍ਰਤੱਖ ਪਰਮੇਸ਼ਰ ਨੇ, ਤੇ ਉਲਟਾ ਵਾਹਿਗੁਰੂ ਪਰਮੇਸ਼ਰ ਖੁਦ ਮਜ਼ਦੂਰ ਦਾ ਸਰੀਰ ਧਾਰਨ ਕਰਕੇ ਆਏ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਸੀਨੇ ਨਾਲ ਲਾ ਲਿਆ ਜੀ ਆਪਣੇ ਜੀ। ਰੱਬ ਨੂੰ ਮਿਲ ਰਿਹਾ ਹੈ ਜੀ। ਹਾਂਜੀ। ਪਰਮ ਪ੍ਰੇਮ ਨੇ ਬਿਸੁੱਧ ਕਰੇ ਹੈ। ਕਹਿੰਦੇ ਆ ਅਕਾਲ ਪੁਰਖ ਜੀ ਦੇ ਵਿੱਚ ਵੀ ਉਸ ਸਮੇਂ ਇੰਨਾ ਜ਼ਿਆਦਾ ਪ੍ਰੇਮ ਆਇਆ ਗੁਰੂ ਅਰਜਨ ਸਾਹਿਬ ਜੀ ਦੇ ਪਰਥਾਏ। ਅਕਾਲ ਪੁਰਖ ਜੀ ਤੇ ਗੁਰੂ ਅਰਜਨ ਸਾਹਿਬ ਦੋਵੇਂ ਬੇਸੁੱਧ ਹੋਏ ਪਏ ਆ ਜੀ। ਇੰਨਾ ਜ਼ਿਆਦਾ ਪ੍ਰੇਮ ਆ ਗਿਆ ਇੱਕ ਦੂਜੇ ਦੇ ਦਰਸ਼ਨ ਕਰਕੇ ਜੀ। ਸ਼ੋਭਤ ਬਦਨ ਚੰਦ ਮਾਨਿੰਦ, ਬਾਕ ਸੁਧਾ ਬੋਲੇ ਸੁਖ ਕੰਦ। ਤੇ ਸਾਧ ਸੰਗਤ ਜੀ, ਫਿਰ ਗੁਰੂ ਅਰਜਨ ਸਾਹਿਬ ਜੀ ਨੂੰ, ਸਤਿਗੁਰੂ ਜੀ ਨੂੰ ਅਕਾਲ ਪੁਰਖ ਜੀ ਆਪਣੀ ਰਸਨਾ ਤੋਂ ਇਹ ਗੱਲ ਕਹਿਣ ਲੱਗੇ ਜੀ। ਜਗਤ ਭਗਤ ਮਗ ਸ਼ੁਭ ਵਿਸਤਾਰਾ, ਸਰ ਕੋ ਰਚਿਓ ਪਰਮ ਉਪਕਾਰਾ। ਅਕਾਲ ਪੁਰਖ ਜੀ ਪਤਾ ਕੀ ਕਹਿਣ ਲੱਗੇ, ਕਹਿੰਦੇ ਗੁਰੂ ਅਰਜਨ ਸਾਹਿਬ ਨੂੰ ਤੁਸੀਂ ਬੜਾ ਭਲਾ ਕੀਤਾ ਜਗਤ ਦੇ ਜੀਵਾਂ ਦਾ। ਕੀ ਭਲਾ ਕੀਤਾ? ਸਰੋਵਰ ਬਣਾ ਰਹੇ ਹੋ, ਸਰੋਵਰ ਬਣਾ ਰਹੇ ਹੋ, ਬੜਾ ਭਲਾ ਕੀਤਾ, ਬੜਾ ਮਹਾਨ ਪਰਉਪਕਾਰ ਕੀਤਾ।
ਹਾਂਜੀ, ਜਿਸ ਤੇ ਸਿੱਖੀ ਥਿਰੈ ਸਦੀਵਾ। ਇਹਦੇ ਨਾਲ ਸਿੱਖੀ ਜਿਹੜੀ ਹੈ ਨਾ ਇਹ ਸਦਾ ਸਥਿਰ ਰਹੇਗੀ। ਹੁਣ ਜੇ ਕਿਤੋਂ ਸਿੱਖੀ ਨਾ ਲੱਭੇ ਤੇ ਹਰਿਮੰਦਰ ਸਾਹਿਬ ਤੇ ਸਿੱਖੀ ਲੱਭ ਹੀ ਜਾਣੀ ਹੈ ਨਾ। ਇੱਥੇ ਤੇ ਸਿੱਖੀ ਮਿਲੇਗੀ ਨਾ, ਭਾਵੇਂ ਇੱਕ ਸਿੱਖ ਦੇ ਹੀ ਦਰਸ਼ਨ ਹੋ ਜਾਣ। ਹਾਂਜੀ, ਗਾਏ ਕੀਰਤਨ ਕਰ ਮਨ ਨੀਵਾ। ਤੇ ਅਕਾਲ ਪੁਰਖ ਜੀ ਕਹਿਣ ਲੱਗੇ ਇੱਥੇ ਸਾਡੇ ਪ੍ਰੇਮ ਵਾਲੇ ਮਨ ਨੀਵਾ ਕਰਕੇ ਬੈਠ ਕੇ ਕੀਰਤਨ ਕਰਿਆ ਕਰਨਗੇ। ਦੁਨੀਆ ਦੇ ਵਿੱਚ ਵੱਡੇ ਵੱਡੇ ਗੰਧਰਵ ਵੀ ਨੇ, ਪਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਦਾ ਸਤਿਕਾਰ ਹੈ ਸਾਧ ਸੰਗਤ ਜੀ, ਉਹ ਦੁਨੀਆ ਤੇ ਕਿਸੇ ਹੋਰ ਸਥਾਨ ਦੇ ਰਾਗੀ ਦਾ ਸਤਿਕਾਰ ਨਹੀਂ ਹੈਗਾ ਜੀ। ਔਰ ਇਹ ਵੀ ਬਚਨ ਪੱਕਾ ਹੈ। ਗੁਰੂ ਅਰਜਨ ਸਾਹਿਬ ਇੱਥੇ ਖੁਦ ਪਹਿਲੇ ਕੀਰਤਨੀਏ ਦਰਬਾਰ ਸਾਹਿਬ ਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਜੀ। ਸਭ ਤੋਂ ਪਹਿਲਾ ਕੀਰਤਨ ਗੁਰੂ ਅਰਜਨ ਦੇਵ ਜੀ ਨੇ ਆਪ ਕੀਤਾ ਹੈ ਜੀ। ਹਾਂਜੀ, ਸਰ ਅੰਦਰ ਅਬ ਸ਼੍ਰੀ ਹਰਿਮੰਦਰ, ਸਿਰਜੋ ਜਿਸ ਕੀ ਰਚਨਾ ਸੁੰਦਰ। ਅਕਾਲ ਪੁਰਖ ਜੀ ਕਹਿਣ ਲੱਗੇ ਹੁਣ ਤੁਸੀਂ ਇਸ ਸਰੋਵਰ ਦੇ ਵਿਚਕਾਰ ਹਰਿਮੰਦਰ ਦੀ ਸਿਰਜਣਾ ਕਰੋ। ਕਹਿਣ ਨਾਮ ਵੀ ਪਰਮੇਸ਼ਰ ਜੀ ਨੇ ਦਿੱਤਾ। ਅਸੀਂ ਕਿੰਨੇ ਭਾਗਾਂ ਵਾਲੇ ਹਾਂ, ਹਰਿਮੰਦਰ ਸਾਹਿਬ ਦਾ ਨਾਮ ਆਪਣੇ ਮੁਖ ਤੋਂ ਲੈਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਇਹ ਪਰਮੇਸ਼ਰ ਨੇ ਨਾਮ ਲਿਆ ਹਰਿਮੰਦਰ। ਕਈ ਗੋਲਡਨ ਟੈਂਪਲ ਕਹਿੰਦੇ ਆ, ਸੋਨੇ ਦੇ ਮੰਦਰ ਤੇ ਹੋਰ ਵੀ ਬੜੇ ਨੇ, ਹਰਿਮੰਦਰ ਨਹੀਂ ਕੋਈ ਹੋਰ ਹੈਗਾ ਜੀ। ਇਹ ਹਰਿਮੰਦਰ ਹੈ। ਹਾਂਜੀ, ਜਰਹੈ ਜ਼ਵਾਹਰ ਜ਼ੇਬ ਬਿਲੰਦ, ਸ਼ੋਭੈ ਬਹੁ ਜਿਸ ਪੂਰਨ ਚੰਦ। ਜਿਵੇਂ ਪੁੰਨਿਆਂ ਦਾ ਚੰਦ ਅਕਾਲ ਪੁਰਖ ਜੀ ਕਹਿੰਦੇ ਐ ਆਕਾਸ਼ 'ਚ ਪਤਾ ਲੱਗ ਜਾਂਦਾ ਨਾ ਵੀ ਪੁੰਨਿਆਂ ਦਾ ਚੰਦ ਹੈ, ਦੂਰੋਂ ਹੀ ਵੇਖਦਾ। ਜਿਵੇਂ ਪੁੰਨਿਆਂ ਦੇ ਚੰਦ ਦੀ ਸ਼ੋਭਾ ਹੁੰਦੀ ਹੈ, ਉਵੇਂ ਹਰਿਮੰਦਰ ਸਾਹਿਬ ਦੀ ਸ਼ੋਭਾ ਹੋਣੀ ਹੈ ਜਗਤ ਵਿੱਚ। ਅਜੇ ਬਣਿਆ ਨਹੀਂ ਸੀਗਾ ਜੀ ਉਦੋਂ। ਔਰ ਤੁਸੀਂ ਦੱਸੋ ਵੀ ਇਹ ਭਜਨ ਸੱਚੇ ਨੇ ਕਿ ਨਹੀਂ ਸੱਚੇ ਜੀ। ਹਾਂਜੀ, ਚਾਹੋਂ ਦਿਸ਼ ਕੋ ਚਾਹੋਂ ਦਰ ਸਿਰ ਜਾਵੋ। ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਮਹਾਰਾਜ ਫਿਰ ਕਿਰਪਾ ਕਰ ਦਿਓ, ਨਕਸ਼ਾ ਹੀ ਦੱਸ ਦਿਓ, ਇਹਦਾ ਨਕਸ਼ਾ ਕੈਸਾ ਹੋਵੇ। ਤੇ ਪਰਮੇਸ਼ਰ ਦੀ ਦੱਸਣ ਲੱਗੇ ਨਕਸ਼ਾ। ਤੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਭੇਜਿਆ ਵੀ ਜਾਓ ਕਾਗਜ਼ ਤੇ ਕਲਮ ਲੈ ਕੇ ਆਓ। ਬਾਬਾ ਬੁੱਢਾ ਜੀ ਕਾਗਜ਼ ਕਲਮ ਲੈ ਕੇ ਆਏ। ਪਰਮੇਸ਼ਰ ਜੀ ਨਕਸ਼ਾ ਬਣਾ ਕੇ ਦੱਸਦੇ ਆ। ਕੱਲ ਵੀ ਦੱਸਿਆ ਸੀ ਨਕਸ਼ਾ ਕਿੱਥੇ ਬਣਾਇਆ। ਹਰ ਕੀ ਪੌੜੀ ਤੋਂ ਦਰਬਾਰ ਸਾਹਿਬ ਅੰਦਰ ਨੂੰ ਜਾਈਏ, ਵਿੱਚ ਘਰ ਜਿਹੜਾ ਝੂਮਰ ਲੱਗਾ ਉਹਦੇ ਹੇਠਾਂ ਖਲੋ ਕੇ ਨਕਸ਼ਾ ਬਣਾਇਆ ਜੀ। ਉਸ ਜਗ੍ਹਾ ਖਲੋ ਕੇ ਕਹਿਣ ਲੱਗੇ ਇਹਦੇ 4 ਦਰਵਾਜ਼ੇ ਬਣਾਉਣੇ। ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਬਣਾਉਣੇ। 4 ਬਣਾ ਕੇ ਦੱਸੇ ਪਰਮੇਸ਼ਰ ਜੀ ਨੇ ਜੀ। ਹਾਂਜੀ, ਰੁਚਿਰ ਬੰਗਲਾ ਉਰਦ ਕਰਾਵੋ। ਫਿਰ ਧੁਰ ਛੱਤ ਦੇ ਉੱਤੇ ਗੁੰਬਦ ਬਣਾਉਣਾ ਹੈ ਬੜਾ ਵੱਡਾ। ਹਰਿਮੰਦਰ ਸਾਹਿਬ ਦੇ ਵਿੱਚ ਲੈਂਟਰ ਨਹੀਂ ਹੈਗਾ, ਵਿਚਕਾਰ ਹੈ 2 ਮੰਜ਼ਲਾ ਹੈ ਪਰ ਲੈਂਟਰ ਨਹੀਂ ਹੈਗਾ। ਸਾਧ ਸੰਗਤ ਤੁਸੀਂ ਨੋਟ ਕਰਿਓ, ਉਹ ਆਸੇ ਪਾਸੇ 12 ਦਰੀ ਬਣੀ ਹੈ ਤੇ ਲੈਂਟਰ ਨਹੀਂ ਹੈਗਾ। ਲੈਂਟਰ ਇੱਕੋ ਹੀ ਹੈ। ਮਹਾਰਾਜ ਅਕਾਲ ਪੁਰਖ ਜੀ ਨੇ ਦੱਸਿਆ ਇੱਕ ਲੈਂਟਰ ਹੀ ਬਣਾਉਣਾ ਹੈ, ਬਾਕੀ 12 ਦਰੀ ਬਣਾਉਣੀ ਹੈ ਚਾਰੇ ਪਾਸੇ। 12 ਦਰੀ ਨੂੰ ਬਾਰੀਆਂ ਵੀ ਲਾਉਣੀਆਂ ਨੇ। 12 ਦਰੀ ਦੇ ਖਲੋ ਕੇ ਥੱਲੋਂ ਵੀ ਦਰਸ਼ਨ ਹੋਣ। ਉੱਪਰ ਵੱਡਾ ਗੁੰਬਦ ਬਣਾਉਣਾ ਹੈ ਕਹਿਣ ਲੱਗੇ। ਔਰ ਇਹ ਵੀ ਬੇਨਤੀ ਕਰਾਂ, ਜਿੰਨੇ ਅਸਥਾਨ ਨੇ ਗੁਰੂ ਘਰ ਵੀ ਨੇ, ਹਰਿਮੰਦਰ ਸਾਹਿਬ ਦਾ ਗੁੰਬਦ ਬਾਕੀ ਗੁੰਬਦਾਂ ਦੇ ਨਾਲ ਨਹੀਂ ਮਿਲਦਾ। ਸਾਧ ਸੰਗਤ ਤੁਸੀਂ ਨੋਟ ਕਰੋ, ਬਾਕੀ ਜਿਹੜੇ ਗੁੰਬਦ ਨੇ ਨਾ ਉਹ ਖੜਵੇਂ ਨੇ। ਅਕਾਲ ਤਖਤ ਸਾਹਿਬ ਦਾ ਵੀ ਜਿਹੜਾ ਗੁੰਬਦ ਹੈ ਉਹ ਖੜਵਾਂ ਹੈ। ਖੜਵਾਂ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹੈ, ਪਰ ਹਰਿਮੰਦਰ ਸਾਹਿਬ ਦਾ ਗੁੰਬਦ ਜਿਹੜਾ ਉਹ ਬੈਠਵਾਂ ਹੈ। ਤਰਨ ਤਾਰਨ ਦਰਬਾਰ ਸਾਹਿਬ ਦਾ ਗੁੰਬਦ ਜਿਹੜਾ ਉਹ ਵੀ ਬੈਠਵਾਂ ਹੈ। ਇਹ ਦੋਵੇਂ ਗੁੰਬਦ ਆਪਸ ਵਿੱਚ ਰਲਦੇ ਨੇ। ਬੈਠਵੇਂ ਗੁੰਬਦ ਦਾ ਕੀ ਭਾਵ ਹੈ? ਬੈਠਵੇਂ ਗੁੰਬਦ ਦਾ ਭਾਵ ਇਹ ਹੈ, ਇਹ ਜਿਹੜੀ ਜਗ੍ਹਾ ਹੈ ਇਹ ਟਿਕਾਓ ਮੰਗਦੀ ਹੈ। ਗੁੰਬਦ ਬਾਰੇ ਹੋਰ ਬੇਨਤੀ ਸੁਣ ਲਓ। ਜਿਹੜਾ ਗੁੰਬਦ ਹੈ, ਕਦੀ ਇਹਨੂੰ ਧਿਆਨ ਨਾਲ ਇਹਦੇ ਦਰਸ਼ਨ ਕਰਿਓ। ਇਹਦੇ ਉੱਤੇ ਕਮਲ ਦਾ ਫੁੱਲ ਮੁੱਦਾ ਪਿਆ ਹੁੰਦਾ ਹੈ ਜੀ। ਧਿਆਨ ਨਾਲ ਨੋਟ ਕਰਿਓ। ਬਾਹਰ ਗੁੰਬਚੀਆਂ ਲੱਗੀਆਂ ਹੋਣੀਆਂ,
ਛੋਟੀਆਂ ਛੋਟੀਆਂ, ਇਹਨਾਂ ਨੂੰ ਵੀ ਦੇਖ ਲਿਓ ਧਿਆਨ ਨਾਲ। ਇਹਨਾਂ ਉੱਤੇ ਕਮਲ ਦਾ ਫੁੱਲ ਮੁੱਦਾ ਪਿਆ ਹੁੰਦਾ। ਉਹਦਾ ਭਾਵ ਕੀ ਆ? ਦਰਬਾਰ ਸਾਹਿਬ ਦੇ ਗੁੰਬਦ ਤੇ ਵੀ ਕਮਲ ਦਾ ਫੁੱਲ ਮੁੱਦਾ ਪਿਆ ਹੈ ਜੀ। ਇਹਦਾ ਭਾਵ ਇਹ ਹੈ ਵੀ ਆਪਣੇ ਸਾਰਿਆਂ ਦੇ ਅੰਦਰ ਜਿਹੜਾ ਕਮਲ ਫੁੱਲ ਹੈ, ਹਿਰਦੇ ਰੂਪੀ ਫੁੱਲ, ਉਹ ਮੁੱਦਾ ਪਿਆ ਹੈ ਜੀ। ਗੁਰੂ ਦੀ ਕਿਰਪਾ ਨਾਲ ਉਹਨੇ ਖਿੜਨਾ ਹੈ ਜੀ। ਮਹਾਰਾਜ ਬਾਣੀ ਚ ਕਹਿੰਦੇ ਆ, ਗੁਰ ਪ੍ਰਸਾਦ ਊਂਦ ਕਮਲ ਵਿਗਾਸ। ਗੁਰੂ ਦੀ ਕਿਰਪਾ ਨਾਲ ਮੁੱਦਾ ਪਿਆ ਕਮਲ ਜਿਹੜਾ ਉਹ ਵੀ ਖਿੜ ਜਾਂਦਾ ਹੈ ਜੀ। ਇਹਦਾ ਭਾਵ ਇਹ ਹੈ, ਨਮਸਕਾਰ ਕਰਨ ਵਾਲਿਓ, ਕਮਲ ਅੰਦਰ ਦੇ ਮੁੱਦੇ ਪਏ ਆ, ਇੱਥੋਂ ਜਾਇਓ ਗੁਰੂ ਦੀ ਕਿਰਪਾ ਲੈ ਕੇ, ਤੁਹਾਡੇ ਅੰਦਰ ਦਾ ਕਮਲ ਖਿੜਿਆ ਹੋਣਾ ਚਾਹੀਦਾ ਹੈ। ਕਮਲ ਦਾ ਹੋਰ ਵੀ ਭਾਵ ਹੈ, ਕੀ ਹੈ? ਕਮਲ ਸਾਧ ਸੰਗਤ ਜੀ ਚਿੱਕੜ ਵਿੱਚ ਰਹਿ ਕੇ ਵੀ ਕਦੀ ਮੈਲਾ ਨਹੀਂ ਹੁੰਦਾ। ਦੁਨੀਆ ਵਿੱਚ ਰਹਿਣਾ, ਗੁਰਦੁਆਰੇ ਦਾ ਤੇ ਗੁੰਬਦ ਹੀ ਸਿੱਖਿਆ ਦੇ ਦਿੰਦਾ ਹੈ। ਦੁਨੀਆ 'ਚ ਰਹਿਣਾ, ਕਮਲ ਦੀ ਨਿਆਈ ਰਹਿਣਾ, ਮੈਲੇ ਨਹੀਂ ਕਰਨਾ, ਚਿੱਤ ਨੂੰ ਮੈਲਾ ਨਹੀਂ ਕਰਨਾ। ਕਿਉਂ? ਸੰਸਾਰ ਵਿੱਚ ਮੈਲ ਹੀ ਮੈਲ ਹੈ, ਜਿਹੜੇ ਪਾਸੇ ਵੇਖੋ ਮੈਲ ਹੀ ਮੈਲ ਹੈ। ਇੱਥੇ ਚਿੱਤ ਮੈਲਾ ਨਹੀਂ ਕਰਨਾ। ਸੋ ਪਰਮੇਸ਼ਰ ਜੀ ਖੁਦ ਦੱਸਦੇ ਆ, ਕਹਿੰਦੇ ਆ ਰੁਚਰ ਬੰਗਲਾ ਉਰਦ ਕਰਾਵਹੁ। ਕਹਿੰਦੇ ਆ ਵੱਡਾ ਗੁੰਬਦ ਉੱਚਾ ਬਣਾਉਣਾ ਹੈ, ਕਹਿਣ ਲੱਗੇ। ਹਾਂਜੀ, ਪਸ਼ਚਮ ਦਿਸ਼ ਕੋ ਸੇਤ ਰਚਾਵੋ। ਤੇ ਪਰਮੇਸ਼ਰ ਜੀ ਨੇ ਫਿਰ ਨਕਸ਼ਾ ਬਣਾ ਕੇ ਦੱਸਿਆ, ਕਹਿੰਦੇ ਪਸ਼ਚਮ ਵਾਲੇ ਪਾਸੇ ਨੂੰ ਪੁੱਲ ਬਣਾਉਣਾ ਹੈ। ਉਦੋਂ ਸ਼ਹਿਰ ਦਾ ਮੁੱਖ ਜਿਹੜਾ ਸੀ ਨਾ, ਉਹ ਪਸ਼ਚਮ ਵਾਲੇ ਪਾਸੇ ਸੀਗਾ ਜੀ ਸਾਰਾ। ਹਾਂਜੀ, ਤੀਰਥ ਤੀਰ ਪੌਰ ਬਨਵਾਵੋ। ਤੇ ਫਿਰ ਕਹਿਣ ਲੱਗੇ ਸਾਰੇ ਸਰੋਵਰ ਦੇ ਆਲੇ ਦੁਆਲੇ ਇੱਕ ਸਾਰ ਪੌੜੀਆਂ ਬਣਾਓ, ਕਹਿਣ ਲੱਗੇ ਸਾਰੇ ਸਰੋਵਰ ਦੇ। ਦਰਬਾਰ ਸਾਹਿਬ ਗੁੰਬਦ ਜਾਣ ਵਾਸਤੇ ਵੀ ਕਹਿਣ ਲੱਗੇ ਪੌੜੀਆਂ ਬਣਾਓ। ਹਾਂਜੀ, ਸ਼੍ਰੀ ਅਰਜਨ ਕੀ ਪਕਰੇ ਬਾਹੂ। ਵਾਹ ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਅਕਾਲ ਪੁਰਖ ਜੀ ਪਤਾ ਕੀ ਕਰਨ ਦੇ ਆ? ਗੁਰੂ ਅਰਜਨ ਦੇਵ ਜੀ ਦੀ ਬਾਂਹ ਫੜੀ ਹੋਈ ਹੈ ਅਕਾਲ ਪੁਰਖ ਜੀ ਨੇ। ਹਾਂਜੀ, ਬਿਉਂਤ ਬਤਾਵਤ ਸਭ ਜਗ ਨਾਹੂ। ਤੇ ਵਿਉਂਤ ਵੀ ਦੱਸ ਰਹੇ ਨੇ ਵੀ ਇਸ ਤਰ੍ਹਾਂ ਇੱਥੇ ਆ ਬਣਾਉਣਾ ਹੈ, ਇੱਥੇ ਆ ਬਣਾਉਣਾ, ਇੱਥੇ ਆ ਬਣਾਉਣਾ। ਦਾਸ ਨੇ ਗਿਣੇ ਤੇ ਨਹੀਂ ਹਨ, ਪਰ ਗੁਰਮੁਖਾਂ ਕੋਲੋਂ ਸੁਣਿਆ ਹੈ। ਦਰਬਾਰ ਸਾਹਿਬ ਦਾ ਜਿਹੜਾ ਪੁੱਲ ਹੈ ਨਾ, ਇਹ 84 ਕਦਮਾਂ ਦਾ ਗੁਰੂ ਅਰਜਨ ਸਾਹਿਬ ਜੀ ਨੇ ਬਣਾਇਆ ਸੀਗਾ ਜੀ। ਪਰਮੇਸ਼ਰ ਜੀ ਨੇ ਕਿਹਾ ਸੀ 84 ਕਦਮ ਹੋਣ। 84 ਕਦਮ ਤੁਰਦਿਆਂ ਤੁਰਦਿਆਂ ਵਾਹਿਗੁਰੂ 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 ਨਾਮ ਜਪਦੇ ਜਾਇਓ। ਪੁੱਲ ਤੇ ਜਾਣ ਦੀ ਇੰਨੀ ਵਿਸ਼ੇਸ਼ਤਾ ਹੈ, 84 ਕੱਟੀ ਜਾਏਗੀ। ਰੱਬ ਦਾ ਘਰ ਹੈ ਨਾ, ਕਿਸੇ ਆਮ ਬੰਦੇ ਦੇ ਘਰ ਥੋੜੀ ਜਾ ਰਹੇ ਹੋ। ਇਹ ਰੱਬ ਦਾ ਘਰ ਹੈ। ਪੁੱਲ ਤੇ ਜਾਂਦਿਆਂ ਜਾਂਦਿਆਂ ਹੀ ਵਾਹਿਗੁਰੂ ਵਾਹਿਗੁਰੂ ਕਰੋਗਾ ਜਿਹੜਾ, ਉਹਦੀ 84 ਕੱਟੀ ਜਾਏਗੀ। ਇੱਥੋਂ ਤੱਕ ਵੀ ਸਾਧ ਸੰਗਤ ਜੀ ਬਚਨ ਨੇ ਸਾਡੇ ਬਜ਼ੁਰਗਾਂ ਦੇ। ਉਹ ਕਹਿੰਦੇ ਆ ਜਿਹੜਾ ਪੰਛੀ ਵੀ ਹਰਿਮੰਦਰ ਸਾਹਿਬ ਦੇ ਸਰੋਵਰ ਤੋਂ ਲੈ ਕੇ ਹਰਿਮੰਦਰ ਸਾਹਿਬ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਸਾਰਾ ਉੱਤੋਂ ਲੰਘ ਜਾਏ ਨਾ, ਉਹ ਵੀ ਮੁਕਤ ਹੋ ਜਾਂਦਾ ਹੈ ਜੀ। ਜਿੱਥੇ ਪੰਛੀ ਮੁਕਤ ਹੋ ਜਾਂਦੇ, ਉੱਥੇ ਬੰਦੇ ਕਿਉਂ ਨਹੀਂ ਮੁਕਤ ਹੋਣਗੇ ਜੀ? ਪਰਮੇਸ਼ਰ ਜੀ ਨੇ ਬਾਂਹ ਫੜੀ ਹੈ, ਗੁਰੂ ਅਰਜਨ ਸਾਹਿਬ ਨੂੰ ਦੱਸ ਰਹੇ ਨੇ ਸਾਰੀ ਗੱਲ। ਹਾਂਜੀ, ਇਹ ਮੇਰੋ ਮੰਦਰ ਬਰ ਹੋਏ। ਨਾਲੇ ਦੱਸਣ ਇੱਥੇ ਪੁੱਲ ਬਣਾਉਣਾ, ਇੱਥੇ ਪੌੜੀਆਂ ਬਣਾਉਣੀਆਂ ਨੇ, ਇੱਥੇ ਕੋ ਅੰਦਰ ਇੰਨਾ ਵੱਡਾ ਘੇਰਾ ਅੰਦਰ ਦਾ ਹੋਣਾ ਚਾਹੀਦਾ। ਤੇ ਨਾਲ ਪਤਾ ਕੀ ਕਹਿ ਰਹੇ? ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਨੂੰ ਚੇਤਾ ਰੱਖਿਓ, ਇਹ ਮੇਰਾ ਮੰਦਰ ਹੈ, ਕਹਿਣ ਲੱਗੇ ਅਕਾਲ ਪੁਰਖ ਜੀ। ਮੇਰਾ ਮੰਦਰ ਹੈ, ਸੋਹਣਾ ਹੋਣਾ ਚਾਹੀਦਾ ਹੈ, ਕਹਿਣ ਲੱਗੇ। ਹਾਂਜੀ, ਜਿਸ ਕੀ ਸਮਤਾ ਕਰੇ ਨਾ ਕੋਏ। ਇਹਦੀ ਬਰਾਬਰੀ ਨਾ ਕੋਈ ਕਰ ਸਕੇ ਜੀ, ਇਹਦੀ ਬਰਾਬਰੀ ਨਾ ਕੋਈ ਕਰ ਸਕੇ। ਹਰਿਮੰਦਰ ਸਾਹਿਬ ਦੀ ਬਰਾਬਰੀ ਹੈ ਹੀ ਨਹੀਂ ਸਾਧ ਸੰਗਤ ਜੀ, ਹੈ ਹੀ ਨਹੀਂ। ਕਹਿੰਦੇ ਜਿਹੜੇ ਬਾਬਾ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ, ਉਹ ਪੌੜੀਆਂ ਉਤਰੇ ਦਰਬਾਰ ਸਾਹਿਬ ਪਰਿਕਰਮਾ 'ਚ, ਤੇ ਬ੍ਰਹਮ ਗਿਆਨ ਦੀ ਅਵਸਥਾ ਸੀ ਨਾ। ਕਹਿਣ ਲੱਗੇ ਲੋਕ ਹਰਿਮੰਦਰ ਦੀ ਸਾਰ ਨਹੀਂ ਜਾਣ ਸਕਦੇ। ਇੱਕ ਜਦੋਂ ਤੁਸੀਂ ਅੰਦਰੋਂ ਨਮਸਕਾਰ ਕਰਕੇ ਆਉਂਦੇ ਹੋ ਨਾ, ਤੇ ਨਮਸਕਾਰ ਕਰਕੇ ਜਦੋਂ ਬਾਰ-ਬਾਰ ਆਈਦਾ ਅੰਦਰੋਂ, ਮੇਨ ਅੰਦਰੋਂ ਰਾਗੀਆਂ ਦੇ ਰਾਹੀਂ, ਰਾਗੀਆਂ ਦੀ ਪਿੱਠ ਵਾਲੇ ਪਾਸਿਓਂ ਬਾਹਰ ਆਉਂਦੇ ਆ ਅਸੀਂ,
ਥੋੜੀ ਜੀ ਅੱਗੇ ਬਾਹਰ ਵੱਲ ਨੂੰ ਤੁਰਿਓ, ਪੌੜੀਆਂ ਬਣੀਆਂ ਜੀ। ਅੱਜ ਕੱਲ੍ਹ ਸੇਵਾ ਚੱਲ ਰਹੀ, ਉਹ ਪੌੜੀਆਂ ਬੰਦ ਨੇ ਵੈਸੇ। ਮਹਾਂਪੁਰਖਾਂ ਦੇ ਦੱਸਣ ਮੁਤਾਬਕ ਕਹਿੰਦੇ ਸੁਰਤ ਦੇ ਜਿੰਨੇ ਪੜਾਅ ਹੁੰਦੇ ਆ ਨਾ ਤਾਂ ਜਾਣ ਵਾਸਤੇ, ਓਨੀਆਂ ਪੌੜੀਆਂ ਗੁਰੂ ਅਰਜਨ ਸਾਹਿਬ ਨੇ ਇੱਥੇ ਬਣਾਈਆਂ ਨੇ, ਓਨੀਆਂ ਪੌੜੀਆਂ ਨੇ। ਸੋ ਪਰਮੇਸ਼ਰ ਜੀ ਕਹਿ ਰਹੇ, ਕਹਿੰਦੇ ਇਹਦੀ ਬਰਾਬਰੀ ਨਹੀਂ ਕੋਈ ਕਰ ਸਕੇਗਾ। ਹਾਂਜੀ, तीन लोक में हो है ना ऐसे। ਇਹ ਦਰ ਇਹ ਐਸਾ ਹੋਏਗਾ, ਸਵਰਗ ਵਿੱਚ ਵੀ ਇਹਦੇ ਵਰਗਾ ਦਰ ਨਹੀਂ ਹੋਏਗਾ। ਤਿੰਨਾਂ ਲੋਕਾਂ 'ਚ ਹਰਮੰਦਰ ਸਾਹਿਬ ਵਰਗੀ ਦੂਜੀ ਜਗ੍ਹਾ ਨਹੀਂ ਕੋਈ ਹੋਏਗੀ। ਇਸੇ ਕਰਕੇ ਮਹਾਰਾਜ ਕਹਿੰਦੇ ਨਾ, ਡਿਠੇ ਸਭੇ ਥਾਵ, ਡਿਠੇ ਸਭੇ ਥਾਵ, डिठे सबे थाव, डिठे सबे थाव। ਨਹੀਂ ਤੁਧ ਜੇ ਆਜੀ, नहीं तुद जे ਹੁਣ ਇਹ ਗੱਲ ਗੁਰੂ ਸਾਹਿਬ ਕਹਿ ਰਹੇ ਆ। ਸਾਡੇ ਤੁਹਾਡੇ ਵਰਗਾ ਗੱਲ ਕਰ ਲਏ, ਅਸੀਂ ਕਿਹੜਾ ਸਭ ਕੁਝ ਵੇਖਿਆ ਹੈ ਜੀ। ਮਹਾਰਾਜ ਨੇ ਤੇ ਖੰਡਾਂ ਵਰਭੰਡਾਂ ਲੋਕ ਪਰਲੋਕ 'ਚ ਨਜ਼ਰ ਮਾਰ ਕੇ ਕਿਹਾ, ਲੋਕ ਪਰਲੋਕ ਖੰਡਾਂ ਵਰਭੰਡਾਂ ਵਿੱਚ ਵੀ ਇਹਦੇ ਵਰਗਾ ਦੂਜਾ ਨਹੀਂ ਕੋਈ ਹੈਗਾ ਜੀ। ਹਾਂਜੀ, भजन प्रताप बनै नित ऐसो। ਕਹਿਣ ਲੱਗੇ ਫਿਰ ਇੱਥੇ ਰੋਜ਼ ਭਜਨ ਹੋਏਗਾ, ਬਿਨ ਨਾਗਾ ਭਜਨ ਹੋਏਗਾ ਪਰਮੇਸ਼ਰ ਦਾ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਹਰਮੰਦਰ ਸਾਹਿਬ ਇੱਕ ਖਿੰਨ ਵਾਸਤੇ ਵੀ ਬਾਣੀ ਨਹੀਂ ਬੰਦ ਹੁੰਦੀ, 2 ਅਖੰਡ ਪਾਠ ਸਾਹਿਬ ਸਦਾ ਹੀ ਹੁੰਦੇ ਰਹਿੰਦੇ ਆ ਜੀ। ਹਾਂਜੀ, ਨਰਕ ਨਿਵਾਰਣ ਕਾਰਨ ਮੋਖ। ਨਰਕਾਂ ਤੋਂ ਬਚਾਉਣ ਵਾਲਾ ਹੋਏਗਾ ਇਹ ਦਰ। ਜਿਹੜਾ ਰੋਜ਼ ਹਰਮੰਦਰ ਸਾਹਿਬ ਦੀ ਹਾਜ਼ਰੀ ਭਰਨ ਲੱਗ ਪਿਆ ਨਾ, ਉਹ ਨਰਕਾਂ ਦੀ ਹਾਜ਼ਰੀ ਨਹੀਂ ਭਰ ਸਕਦਾ ਕਦੀ ਵੀ। ਕਿਉਂ? ਉਹਨੇ ਹਰਮੰਦਰ ਸਾਹਿਬ ਦੀ ਹਾਜ਼ਰੀ ਭਰੀ ਹੈ ਜੀ। ਤੇ ਗੁਰਮੁਖ ਜਿੱਥੇ ਮਰਜ਼ੀ ਬੈਠੇ ਹੋਣ, ਸੁਰਤ ਕਰਕੇ ਹਰਮੰਦਰ ਸਾਹਿਬ ਦੀ ਹਾਜ਼ਰੀ ਭਰੀ ਜਾਂਦੇ ਜੀ। ਹਾਂਜੀ, ਮੇਰੋ ਸਿਮਰਨ ਹੋਏ ਨਿਰਦੋਖ। ਪਰਮੇਸ਼ਰ ਜੀ ਕਹਿਣ ਲੱਗੇ ਇੱਥੇ ਸਿਮਰਨ ਹੀ ਮੇਰਾ ਹੋਣਾ, ਕਹਿਣ ਲੱਗੇ ਪਾਪ ਕੱਟਣ ਵਾਲਾ। ਹਾਂਜੀ, ਜੇ ਨਰ ਸ਼ਰਧਾ ਧਰ ਉਰ ਪਰਮ। ਹਾਂਜੀ, ਗਾਏ ਕੀਰਤਨ ਹੋਏ ਨਿਸ਼ਭਰਮ। ਜਿਹੜੇ ਮਨੁੱਖ ਇੱਥੇ ਸ਼ਰਧਾ ਨਾਲ ਕੀਰਤਨ ਕਰਨਗੇ, ਨਿਸ਼ਕਾਮ ਹੋ ਕੇ ਕੀਰਤਨ ਕਰਨਗੇ, ਨਿਸ਼ਭਰਮ ਭਰਮਾਂ ਤੋਂ ਰਹਿਤ ਹੋ ਕੇ ਕੀਰਤਨ ਕਰਨਗੇ। ਹਾਂਜੀ, ਮੋਹੇ ਕੋ ਮਿਲ ਹੈ ਆਏ ਨਿਹ ਸੰਸੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਉਹ ਸਰੀਰ ਤਿਆਗਣ ਤੋਂ ਬਾਅਦ ਸਿੱਧਾ ਮੇਰੇ ਕੋਲ ਹੀ ਆਉਣਗੇ। ਹਰਮੰਦਰ ਸਾਹਿਬ ਦੇ ਰਾਗੀਆਂ ਦੇ ਬਾਰੇ ਹੈ, ਪਰ ਮੈਂ ਬੇਨਤੀ ਕਰਾਂ, ਰਾਗੀ ਹੋ ਸਕਦਾ ਕੋਈ ਦਰਬਾਰ ਸਾਹਿਬ ਦਾ ਰਾਗੀ ਵੀ ਇਹ ਕਥਾ ਸੁਣ ਲੈ ਜੀ। ਇਹਦੇ ਮਹਾਰਾਜ ਨੇ ਕਿਹਾ ਵੀ ਨਿਰਭਰਮ ਹੋ ਕੇ ਸ਼ਰਧਾ ਨਾਲ ਕੀਰਤਨ ਕਰੇ। ਜਿਹੜਾ ਸ਼ਰਧਾ ਨਾਲ ਕੀਰਤਨ ਕਰੇਗਾ ਨਾ, ਉਹ ਮੇਰੇ ਵਿੱਚ ਆ ਕੇ ਮਿਲੇਗਾ। ਤੇ ਸਾਧ ਸੰਗਤ ਅਰਦਾਸ ਕਰਿਆ ਕਰੋ, ਮਹਾਰਾਜ ਸਾਡੇ ਬੱਚਿਆਂ ਤੇ ਮਿਹਰਾਂ ਕਰਨ, ਕਿਤੇ ਸਾਡੀ ਪੀੜ੍ਹੀ ਚੋਂ ਵੀ ਕੋਈ ਜਾ ਕੇ ਉੱਥੇ ਬਹਿ ਕੇ ਕੀਰਤਨ ਕਰ ਲਵੇ ਜੀ। ਰਵਿੰਦਰ ਨਾਥ ਟੈਗੋਰ ਆਇਆ ਸੀਗਾ, ਉਹ ਆਰਤੀ ਸੁਣ ਰਿਹਾ ਸੀ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਉਹਨੂੰ ਇੰਨਾ ਆਨੰਦ ਆਇਆ ਕੀਰਤਨ ਸੁਣ ਕੇ, ਕਹਿੰਦਾ ਮੇਰਾ ਜੀ ਕਰਦਾ ਹੈ ਮੈਂ ਇਹਨਾਂ ਰਾਗੀਆਂ ਨੂੰ ਚੁੱਕ ਕੇ ਆਪਣੇ ਘਰ ਲੈ ਜਾ। ਕਹਿਣ ਲੱਗੇ ਇੱਥੇ ਇੰਨਾ ਕੀਰਤਨ ਦਾ ਰਸ ਹੈਗਾ, ਇੰਨਾ ਕੀਰਤਨ ਦਾ ਰਸ ਹੈਗਾ ਇੱਥੇ। ਮਹਾਰਾਜ ਨੇ ਰਚਨਾ ਪਤਾ ਦਰਬਾਰ ਸਾਹਿਬ ਦੀ ਕਿਸ ਤਰ੍ਹਾਂ ਦੀ ਕੀਤੀ? ਉਦੋਂ ਕਿਹੜੇ ਮਾਈਕ ਸਨ ਜੀ, ਸਪੀਕਰ ਸਨ। ਮਹਾਰਾਜ ਨੇ ਹਰਮੰਦਰ ਸਾਹਿਬ ਦੀ ਰਚਨਾ ਇਸ ਤਰ੍ਹਾਂ ਦੀ ਕੀਤੀ ਹੈ, ਅੰਦਰ ਕੀਰਤਨ ਹੋ ਰਿਹਾ ਹੋਵੇ, ਸਾਰੀ ਪ੍ਰਕਰਮਾ 'ਚ ਕੀਰਤਨ ਸੁਣੇਗਾ ਜੀ, ਬਿਨਾਂ ਮਾਈਕਾਂ ਤੋਂ ਜੀ। ਮਹਾਰਾਜ ਨੇ ਇਹਦੀ ਰਚਨਾ ਇਸ ਤਰ੍ਹਾਂ ਦੀ ਕੀਤੀ ਹੈ। ਹਾਂਜੀ, ਜਨਮ ਮਰਨ ਕੇ ਬੰਦ ਵਿਦਵੰਸੈ। ਜਿਹੜਾ ਪ੍ਰੇਮ ਨਾਲ ਕੀਰਤਨ ਕਰੇਗਾ ਇੱਥੇ, ਮੈਂ ਉਹਦੇ ਜਨਮਾਂ ਜਨਮਾਂ ਦੇ ਵਾਹਿਗੁਰੂ ਬੰਧਨ ਜਿਹੜੇ ਆ ਨਾ, ਉਹ ਨਾਸ ਕਰ ਦਿਆਂਗਾ। ਕਹਿਣ ਲੱਗੇ ਹਰਮੰਦਰ ਸਾਹਿਬ ਦੇ ਰਾਗੀ ਦੀ ਕਿੱਡੀ ਵੱਡੀ ਮਹਿਮਾ ਹੈ ਜੀ। ਇਸੇ ਕਰਕੇ ਮਹਾਰਾਜ ਖੁਦ ਹਰਮੰਦਰ ਸਾਹਿਬ ਕੀਰਤਨ ਕਰਦੇ ਰਹੇ ਜੀ, ਖੁਦ ਕੀਰਤਨ ਕੀਤਾ ਮਹਾਰਾਜ ਨੇ। ਬਾਬਾ ਸ਼ਾਮ ਸਿੰਘ ਜੀ ਮਹਾਰਾਜ ਸਾਧ ਸੰਗਤ ਜੀ, ਉਹਨਾਂ ਦਾ ਵਾਜਾ, ਰਾਗੀ ਸਮੁੰਦ ਸਿੰਘ ਜੀ ਦਾ ਵਾਜਾ ਅਜਾਇਬ ਘਰ ਰੱਖਿਆ। ਕੱਲ ਵੀ ਬੇਨਤੀ ਕੀਤੀ ਸੀ, 70 ਸਾਲ ਦੇ ਲਗਭਗ ਬਿਨਾਂ ਨਾਗਾ ਹਰਮੰਦਰ ਸਾਹਿਬ ਉਹਨਾਂ ਨੇ ਕੀਰਤਨ ਕੀਤਾ, 3 ਪਹਿਰੇ ਦਾ ਜੀ।
3 ਪਹਿਰੇ ਦਾ ਮਤਲਬ ਹੁੰਦਾ ਆਸਾ ਦੀ ਵਾਰ ਤੋਂ ਵੀ ਪਹਿਲਾਂ ਦਾ ਜੀ। ਭਾਈ ਗੋਪਾਲ ਸਿੰਘ ਜੀ ਹਰਿਮੰਦਰ ਸਾਹਿਬ ਦੇ ਰਾਗੀ ਹੋਏ ਨੇ ਜੀ। 1 ਸਾਲ ਲਗਾਤਾਰ ਬਿਨ ਨਾਗਾ ਉਹਨਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਜੀ। ਹਾਂਜੀ। ਇਤਿਆਦਿਕ ਸਭ ਬਿਉਂਤ ਬਣਾਏ। ਇਸ ਤਰੀਕੇ ਨਾਲ ਵਾਹਿਗੁਰੂ ਜੀ ਨੇ ਸਾਰੀ ਬਿਉਂਤ ਦੱਸੀ ਹੈ, ਕਿੱਥੇ ਕੀ ਬਣਾਉਣਾ ਹੈ, ਕਿੱਥੇ ਕੀ ਬਣਾਉਣਾ ਹੈ, ਕਿੱਥੇ ਕੀ ਬਣਾਉਣਾ। ਇੱਕ ਗੁਰਮੁਖ ਨੇ ਇਹ ਵੀ ਬਚਨ ਦੱਸਿਆ, ਕਹਿੰਦੇ ਜਿਹੜੀ ਹਰ ਕੀ ਪੌੜੀ ਹੈ ਨਾ, ਇੱਥੇ ਲਾਸਟ ਪੌੜੀ ਦੇ ਉੱਤੇ ਇੱਕ ਕ੍ਰੋਸ ਦਾ ਨਿਸ਼ਾਨ ਹੈ ਜੀ। ਹਰ ਕੀ ਪੌੜੀ ਤੇ ਕ੍ਰੋਸ ਦਾ ਨਿਸ਼ਾਨ ਹੈ, ਔਰ ਉਹ ਕ੍ਰੋਸ ਦੇ ਨਿਸ਼ਾਨ ਤੇ 4 ਪਿੰਡਾਂ ਦੀ ਨੁੱਕਰ ਆ ਕੇ ਮਿਲਦੀ ਹੈ ਜੀ। 4 ਪਿੰਡਾਂ ਦੀ ਧਰਤੀ ਤੇ ਬਣਿਆ ਹਰਿਮੰਦਰ ਸਾਹਿਬ। ਤੁੰਗ ਪਿੰਡ, ਗਿਲਵਾਲੀ ਪਿੰਡ, ਗੁਮਟਾਲਾ ਪਿੰਡ ਤੇ ਸੁਲਤਾਨਵਿੰਡ ਪਿੰਡ ਜੀ। ਇਹਨਾਂ 4 ਪਿੰਡਾਂ ਦੀ ਧਰਤੀ ਤੇ ਹਰਿਮੰਦਰ ਸਾਹਿਬ ਬਣਿਆ ਜੀ। ਹਾਂਜੀ। ਭਗਤ ਪ੍ਰਤਾਪ ਅਧਿਕ ਬਿਰਧਾਏ। ਕਹਿਣ ਲੱਗੇ ਇੱਥੇ ਭਗਤੀ ਦਾ ਪ੍ਰਤਾਪ ਵਧੇਗਾ। ਸੱਚੀ ਗੱਲ ਹੈ ਸਾਧ ਸੰਗਤ ਜੀ। ਟੁੱਟੇ ਹੋਏ ਹਿਰਦੇ ਵੀ ਹਰਿਮੰਦਰ ਸਾਹਿਬ 'ਚ ਕੀਰਤਨ ਸੁਣਨ ਉਹਨਾਂ ਦੇ ਮਨ ਨੂੰ ਸ਼ਾਂਤੀ ਆਉਂਦੀ ਹੈ। ਉਂਝ ਨਹੀਂ ਸ਼ਾਂਤੀ ਆ ਸਕਦੀ। ਸ਼ਾਂਤੀ ਹਮੇਸ਼ਾ ਭਗਤੀ ਦੇ ਨਾਲ ਹੀ ਆਉਂਦੀ ਹੈ ਜੀ। ਹਾਂਜੀ। ਜਿਉਂ ਕਿਉਂ ਕਰ ਸਿੱਖੀ ਵਿਸਤਾਰੋ, ਨਰਕ ਪਰਨ ਤੇ ਨਰਨ ਉਬਾਰੋ। ਇਸ ਕਰਕੇ ਅਕਾਲ ਪੁਰਖ ਜੀ ਨਾਲੇ ਤੇ ਤੁਰਨ, ਨਾਲੇ ਨਕਸ਼ਾ ਦੱਸਣ, ਨਾਲੇ ਕਹਿਣ ਲੱਗੇ ਛੇਤੀ ਛੇਤੀ ਅਸਥਾਨ ਬਣਾਓ ਤੇ ਇੱਥੇ ਆ ਕੇ ਲੋਕ ਨਮਸਕਾਰ ਕਰਨਗੇ, ਨਰਕਾਂ 'ਚ ਪੈਣ ਤੋਂ ਬਚਣਗੇ। ਕਹਿਣ ਲੱਗੇ ਨਰਕਾਂ 'ਚ ਪੈਣ ਤੋਂ ਬਚਣਗੇ। ਫਿਰ ਇੱਕ ਬਚਨ ਨਹੀਂ, ਹਰਿਮੰਦਰ ਸਾਹਿਬ ਦੀ ਸਿਫਤ 'ਚ ਬੇਅੰਤੀ ਬਚਨ ਨੇ ਸਾਧ ਸੰਗਤ ਜੀ। ਹਾਂਜੀ। ਫੇਰ ਜੁੱਧ ਤੁਰਕਨ ਸੋ ਕਰੀਐ। ਵਾਹ ਵਾਹ ਵਾਹ। ਪਰਮੇਸ਼ਰ ਜੀ ਦੱਸ ਰਹੇ ਨੇ ਗੁਰੂ ਅਰਜਨ ਸਾਹਿਬ ਨੂੰ, ਕਹਿੰਦੇ ਫਿਰ ਤੁਸੀਂ ਹੋਰ ਅਜੇ ਕੰਮ ਕਰਨਾ ਹੈ। ਇਹ ਬਣਾ ਕੇ ਇਹਦੇ ਤੋਂ ਅਗਲੇ ਜਾਮੇ 'ਚ ਤੁਰਕਾਂ ਨਾਲ ਯੁੱਧ ਵੀ ਕਰਨੇ ਹੈ, 6ਵੇਂ ਪਾਤਸ਼ਾਹ ਦੇ ਜਾਮੇ 'ਚ ਦੀ। ਹਾਂਜੀ। ਅਪਰ ਪੰਚ ਤਨ ਜੋਤ ਸੰਚਰੀਐ। 5 ਸਰੀਰਾਂ ਵਿੱਚ ਜੋਤ ਅਜੇ ਵਿਚਰੇਗੀ। ਕਹਿਣ ਲੱਗੇ ਹਾਂਜੀ। ਪੰਥ ਖਾਲਸਾ ਰਚੋ ਵਿਸਾਲਾ। ਫਿਰ ਤੁਸੀਂ ਖਾਲਸਾ ਪੰਥ ਰਚੋਗੇ। ਕਹਿਣ ਲੱਗੇ ਹਾਂਜੀ। ਰੱਖਿਅਕ ਸਰ ਕੋ ਹੈ ਸਭ ਕਾਲਾ। ਤੇ ਉਹ ਫਿਰ ਇਸ ਸਥਾਨ ਦੀ ਰੱਖਿਆ ਕਰੇਗਾ। ਖਾਲਸਾ ਰੱਖਿਆ ਕਰੇਗਾ ਇਸ ਸਥਾਨ ਦੀ। ਹਾਂਜੀ। ਕਰੈ ਨਿਰੰਤਰ ਕੀਰਤ ਮੇਰੀ। ਨਾਲੇ ਸਾਡੀ ਕੀਰਤੀ ਕਰਿਆ ਕਰੇਗਾ, ਕੀਰਤਨ ਕਰਿਆ ਕਰੇਗਾ ਖਾਲਸਾ। ਪਰ ਬਿਰਤੋ ਹੋ ਸ਼ੁਭ ਰੀਤ ਕਨੇਰੀ। ਇਸ ਕਰਕੇ ਚੰਗੀ ਰੀਤੀ ਦਾ ਪ੍ਰਚਾਰ ਕਰੋ। ਅਜੇ ਅਸੀਂ ਤੁਹਾਡੇ ਕੋਲ ਬੜੀਆਂ ਸੇਵਾਵਾਂ ਲੈਣੀਆਂ ਨੇ। ਅਕਾਲ ਪੁਰਖ ਜੀ ਕਹਿ ਰਹੇ ਨੇ ਜੀ। ਹਾਂਜੀ। ਪੁੰਨ ਮਮ ਤਨ ਮੈਂ ਲੈਤਾ ਪਾਵੋ। ਜਦੋਂ ਤੁਸੀਂ ਹਰਿਮੰਦਰ ਸਾਹਿਬ ਬਣਾ ਲਓਗੇ ਨਾ, ਥੋੜੇ ਸਮੇਂ ਬਾਅਦ ਤੁਸੀਂ ਸਰੀਰ ਤਿਆਗ ਦੇਣਾ ਹੈ। ਅਕਾਲ ਪੁਰਖ ਜੀ ਦੱਸ ਰਹੇ, ਤੁਸੀਂ ਮੇਰੇ ਵਿੱਚ ਆ ਮਿਲਣਾ ਹੈ। ਤੇ ਸਾਧ ਸੰਗਤ ਜੀ, ਜਦੋਂ ਦੇ ਪ੍ਰਸੰਗ ਨੇ, ਅਜੇ ਉਦੋਂ 6ਵੇਂ ਪਾਤਸ਼ਾਹ ਦਾ ਆਗਮਨ ਨਹੀਂ ਸੀ ਹੋਇਆ ਜੀ। ਇਹ ਪਹਿਲਾਂ ਦੀਆਂ ਗੱਲਾਂ ਨੇ। ਹਾਂਜੀ। ਜਿਸ ਹਿਤ ਤਨ ਧਾਰੋ ਸੋ ਬਨਾਵੋ। ਅਕਾਲ ਪੁਰਖ ਜੀ ਕਹਿਣ ਲੱਗੇ ਗੁਰੂ ਅਰਜਨ ਸਾਹਿਬ ਨੂੰ, ਤੁਹਾਡਾ ਜਨਮ ਹੀ ਇਸ ਕਾਰਜ ਵਾਸਤੇ ਹੋਇਆ, ਹਰਿਮੰਦਰ ਸਾਹਿਬ ਬਣਾਉਣ ਵਾਸਤੇ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਨੂੰ ਕਹਿ ਰਹੇ ਅਕਾਲ ਪੁਰਖ ਜੀ, ਕਹਿੰਦੇ ਤੁਸੀਂ ਆਏ ਹੀ ਇਸ ਵਾਸਤੇ ਹੋ। 2 ਕਾਰਜ ਗੁਰੂ ਅਰਜਨ ਸਾਹਿਬ ਨੇ ਕੀਤੇ, ਜਿਨ੍ਹਾਂ ਦੀ ਸ਼ਾਨ ਪੰਥ ਨਹੀਂ ਮਾਣਦਾ, ਜਿਨ੍ਹਾਂ ਦੀ ਸ਼ਾਨ ਸਾਰਾ ਸੰਸਾਰ ਮਾਣ ਰਿਹਾ ਹੈ। ਉਹ 2 ਕਾਰਜ ਕਿਹੜੇ ਆ? ਇੱਕ ਤੇ ਹਰਿਮੰਦਰ ਸਾਹਿਬ ਦਾ ਨਿਰਮਾਣ, ਦੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਮਾਣ ਜੀ। ਹਾਂਜੀ। ਇਮ ਕਹਿ ਸੁਨ ਮਿਲ ਅੰਤਰ ਧਿਆਨੇ। ਇਹ ਕਹਿ ਕੇ ਅਕਾਲ ਪੁਰਖ ਜੀ ਖਲੋਤੇ ਖਲੋਤੇ ਹੀ ਅੰਤਰ ਧਿਆਨ ਹੋ ਗਏ ਜੀ। ਬੱਚੇ ਨੂੰ ਬਾਹਰ ਲੈ ਜਾਓ। ਅੰਤਰ ਧਿਆਨ ਦਾ ਮਤਲਬ ਪਤਾ ਕੀ ਹੁੰਦਾ ਜੀ? ਅੰਤਰ ਧਿਆਨ ਦਾ ਮਤਲਬ ਹੁੰਦਾ ਗਾਇਬ ਹੋ ਜਾਣਾ ਜੀ। ਉੱਥੇ ਖਲੋਤੇ ਖਲੋਤੇ ਹੀ ਵਾਹਿਗੁਰੂ ਜੀ ਅੰਤਰ ਧਿਆਨ ਹੋ ਗਏ ਜੀ। ਪੁੰਨ ਸੁਰਗਨ ਅਤ ਪ੍ਰੀਤੀ ਠਾਨੇ। ਤੇ ਫਿਰ ਹੌਲੀ ਹੌਲੀ ਦੇਵਤੇ ਆਏ ਜੀ। ਹਾਂਜੀ। ਸ਼੍ਰੀ ਅਰਜਨ ਕੋ ਬੰਧਨ ਕੀਨਸ। ਜਿੰਨੇ ਦੇਵਤੇ ਅਕਾਲ ਪੁਰਖ ਜੀ ਦੇ ਨਾਲ ਸੇਵਾ ਕਰਨ ਆਏ ਸਨ ਨਾ,
ਉਹ ਸਾਰੇ ਦੇਵਤਿਆਂ ਨੇ ਆ ਕੇ ਨਮਸਕਾਰ ਕੀਤੀ ਜੀ ਮਹਾਰਾਜ ਨੂੰ। ਹਾਂਜੀ, ਨਾਮ ਨਿਵੇਦਨ ਕਰ ਹਿਤ ਭੀਨਸ। ਆਪਣੇ ਨਾਮ ਦੱਸੇ ਜੀ, ਮੈਂ ਇੰਦਰ ਹਾਂ, ਮੈਂ ਬ੍ਰਹਮਾ ਹਾਂ, ਮੈਂ ਵਿਸ਼ਨੂੰ ਹਾਂ, ਮੈਂ ਸ਼ਿਵ ਹਾਂ, ਤੇ ਨਾਮ ਦੱਸ ਕੇ ਮਹਾਰਾਜ ਨੂੰ ਨਮਸਕਾਰਾਂ ਕਰ ਕਰਕੇ ਜਾਣਨ ਜੀ। ਕਿਉਂ ਦੇਵਤਿਆਂ ਨੂੰ ਵੀ ਪਤਾ ਹੈ, ਇੱਕ ਅਕਾਲ ਪੁਰਖ ਜੀ ਸੱਚਖੰਡ 'ਚ ਨੇ, ਦੂਜੇ ਅਕਾਲ ਪੁਰਖ ਜੀ ਇਹ ਤਨ ਧਾਰ ਕੇ ਆਏ, ਇਹ ਵੀ ਅਕਾਲ ਪੁਰਖ ਹੀ ਨੇ। ਆਪਣੇ ਨਾਮ ਦੱਸ ਕੇ ਨਾ ਬੇਨਤੀਆਂ ਕਰ ਕਰਕੇ ਦੇਵਤੇ ਗਏ ਜੀ। ਹਾਂਜੀ, ਬਿਨਤੀ ਭਨ ਭਨ ਗੇ ਸੁਰਪੁਰ ਕੋ। ਦੇਵਤੇ ਸਵਰਗਾਂ ਨੂੰ ਚਲੇ ਗਏ, ਅਕਾਲ ਪੁਰਖ ਜੀ ਸੱਚਖੰਡ ਨੂੰ ਚਲੇ ਗਏ ਜੀ। ਕਰਤ ਪਰਸ ਪਰ ਜਸ ਸਤਿਗੁਰ ਕੋ। ਦੇਵਤੇ ਜਾਂਦੇ ਜਾਂਦੇ ਮਹਾਰਾਜ ਦਾ ਜਸ ਕਰਦੇ ਹੋਏ ਜਾ ਰਹੇ। ਕਮਾਲ ਹੈ, ਕਹਿੰਦੇ ਇੰਨਾ ਵੱਡਾ ਸਥਾਨ ਬਣਾ ਰਹੇ ਨੇ ਜਿੱਥੇ ਜਾ ਕੇ ਬੰਦਾ ਨਰਕਾਂ ਤੋਂ ਬਚ ਸਕਦਾ ਹੈ ਜੀ। ਇੰਨਾ ਵੱਡਾ ਸਥਾਨ ਬਣਾ ਰਹੇ ਨੇ। ਦੇਵਤੇ ਜਸ ਕਰਦੇ ਕਰਦੇ ਜਾ ਰਹੇ ਵੀ ਗੁਰੂ ਅਰਜਨ ਦੇਵ ਜੀ ਬੜੇ ਸ਼ਾਂਤ ਚਿੱਤ ਨੇ, ਉਹਨਾਂ ਦੇ ਬਚਨ ਬੜੇ ਮਿੱਠੇ ਨੇ, ਅੰਮ੍ਰਿਤ ਵਰਗੇ ਨੇ ਗੁਰੂ ਅਰਜਨ ਦੇਵ ਜੀ ਦੇ ਬਚਨ। ਸੋ ਸਭ ਦੇਵਤੇ ਜਸ ਕਰਦੇ ਕਰਦੇ ਜਾ ਰਹੇ, ਸਿਫਤਾਂ ਕਰਦੇ ਕਰਦੇ ਜਾ ਰਹੇ। ਸੰਗਤ ਕਾਰ ਕਰਤ ਸਰ ਕੇਰੀ। ਹੋਰ ਸੰਗਤ ਲਾਗੇ ਲਾਗੇ ਜਿਹੜੀ ਸੇਵਾ ਕਰ ਰਹੀ, ਉਹਨਾਂ ਨੂੰ ਥੋੜੀ ਪਤਾ ਵੀ ਅਕਾਲ ਪੁਰਖ ਜੀ ਨੇ, ਉਹ ਬੜੇ ਹੈਰਾਨ ਹੋਣ ਸਾਰੇ। ਹਾਂਜੀ, ਹੇਰ ਹੇਰ ਮਤ ਬਿਸਮ ਬਡੇਰੀ। ਉਹ ਕਹਿਣ ਵੀ ਇੱਕਦਮ ਗਾਇਬ ਹੋ ਗਏ ਨੇ ਸਾਰੇ। ਸੰਗਤ ਬੜੀ ਹੈਰਾਨ ਹੋਵੇ ਵੀ ਕੌਣ ਆਏ ਸਨ। ਹਾਂਜੀ, ਸ਼੍ਰੀ ਗੁਰ ਅਰਜਨ ਧਰ ਅਹਿਲਾਦਾ। ਇਹੋ ਥੇ ਕੌਣ ਕੀਨ ਸੰਵਾਦਾ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਬੜੇ ਖੁਸ਼ ਸਨ, ਤੇ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਕੌਣ ਆਏ ਸਨ ਸਾਰੇ। ਹਾਂਜੀ, ਨਏ ਅਨੂਠੇ ਬੇਸ ਵਿਸਾਲੇ। ਇੱਥੋਂ ਦੇ ਬੰਦੇ ਨਹੀਂ ਸੀ ਲੱਗਦੇ, ਇੱਥੋਂ ਦੇ ਨਹੀਂ ਸੀ ਲੱਗਦੇ, ਵੱਖਰੇ ਹੀ ਸਨ। ਹਾਂਜੀ, ਕਿਤ ਤੇ ਆਏ ਕਹਾਂ ਇਹ ਚਾਲੇ। ਕਿੱਥੋਂ ਆਏ ਸਨ ਮਹਾਰਾਜ, ਫਿਰ ਗਾਇਬ ਹੀ ਹੋ ਗਏ ਨੇ ਸਾਰੇ, ਕਿਹੜੇ ਪਾਸੇ ਚਲੇ ਗਏ ਨੇ ਸਾਰੇ। ਹਾਂਜੀ, ਸਰ ਕੀ ਕਾਰ ਕਮਾਵਤ ਗਏ। ਫਿਰ ਸਰੋਵਰ ਸਾਹਿਬ ਦੀ ਸੇਵਾ ਕਰਕੇ ਗਏ ਆ। ਹਾਂਜੀ, ਇਨ ਕੋ ਭੇਤ ਨਾ ਕਿਨਹੂ ਲਏ। ਇਹਨਾਂ ਦਾ ਕੀ ਭੇਦ ਹੈ, ਮਹਾਰਾਜ ਕਹਿੰਦੇ ਸਮੇਂ ਨਾ ਪਤਾ ਲੱਗੇਗਾ। ਗੱਜ ਕੇ ਆਖੋ ਵਾਹਿਗੁਰੂ। ਇਹ ਬਚਨ ਕਰਤੇ, ਕਿਉਂ ਸਾਰੇ ਬਚਨ ਸੁਣਨ ਦੇ ਅਧਿਕਾਰੀ ਨਹੀਂ ਹੁੰਦੇ ਜੀ। ਕਈ ਫਿਰ ਤਰਕ ਵੀ ਕਰਦੇ। ਹੁਣ ਵੀ ਇਹ ਕਥਾ ਕਈਆਂ ਨੂੰ ਨਹੀਂ ਵੀ ਪਚਦੀ, ਉਹ ਕਹਿੰਦੇ ਲੈ ਜੀ ਅਕਾਲ ਪੁਰਖ ਕਿਵੇਂ ਆ ਸਕਦਾ ਹੈ ਜੀ, ਉਹ ਤੇ ਸਰੀਰ ਧਾਰਦਾ ਹੀ ਨਹੀਂ ਹੈਗਾ ਜੀ। ਹਾਂਜੀ, ਪੁੰਨ ਸ਼੍ਰੀ ਅਰਜਨ ਥਰੇ ਬਿਰਾਜੇ। ਫਿਰ ਮਹਾਰਾਜ ਉੱਥੋਂ ਆ ਕੇ 68 ਤੀਰਥ ਦੁੱਖ ਭੰਜਨੀ ਬੇਰੀ ਦੇ ਲਾਗੇ ਜਿਹੜਾ ਥੜਾ ਹੈ ਨਾ, ਉਸ ਥੜੇ ਤੇ ਆ ਕੇ ਬੈਠ ਗਏ ਮਹਾਰਾਜ। ਹਾਂਜੀ, ਕਹਿਤ ਕਰਾਵਤ ਸਰ ਕੋ ਕਾਜੇ। ਤੇ ਮਹਾਰਾਜ ਉੱਥੇ ਕਹਿਣ ਲੱਗ ਪਏ ਵੀ ਭਾਈ ਸੇਵਾ ਕਰੋ ਸੇਵਾ ਕਰੋ। ਮਹਾਰਾਜ ਬਹਿ ਗਏ, ਬੇਰੀਏ ਠਾਂ ਦੂਜੇ ਬੰਨੇ ਜਾ ਕੇ ਬਾਬਾ ਬੁੱਢਾ ਜੀ ਬਹਿ ਗਏ ਜੀ। ਇਹ ਬਹਿਣ ਦੀ ਥਾਂ ਸੀਗੀ ਮਹਾਰਾਜ ਦੇ ਸੱਜਣ ਦੀ। ਬਾਬਾ ਬੁੱਢਾ ਜੀ ਉੱਧਰ ਸੱਜਦੇ ਹੁੰਦੇ ਸਨ ਜੀ, ਬਾਬਾ ਜੀ ਉੱਧਰ ਚਲੇ ਗਏ, ਗੁਰੂ ਅਰਜਨ ਸਾਹਿਬ ਇਸ ਪਾਸੇ ਆ ਕੇ ਸੇਵਾ ਕਰਾਉਣ ਲੱਗ ਪਏ। ਹਾਂਜੀ, ਬ੍ਰਿੰਦ ਸਿੱਖ ਅਰ ਲੱਗੇ ਮਜੂਰ। ਫਿਰ ਵੱਡੀ ਗਿਣਤੀ 'ਚ ਸੰਗਤ ਆ ਗਈ, ਮਜ਼ਦੂਰ ਵੀ ਲੱਗੇ ਬੜੇ ਬੜੇ। ਹੋਏ ਕਾਰ ਬਹੁ ਥਿਰੇ ਹਜੂਰ। ਮਹਾਰਾਜ ਉੱਥੇ ਹੀ ਰਹਿੰਦੇ ਆ, ਫਿਰ ਕਿਤੇ ਆਉਣ ਜਾਣ ਦਾ ਪ੍ਰੋਗਰਾਮ ਨਹੀਂ ਰੱਖਿਆ ਮਹਾਰਾਜ ਨੇ, ਇੱਥੇ ਰਹਿ ਕੇ ਹੀ ਸੇਵਾ ਕਰਾਉਣੀ ਹੈ। ਸੰਗਤ ਅਨੇਕ ਆਏ ਇੱਕ ਜਾਏ। ਇੱਕ ਆ ਰਿਹਾ ਇੱਕ ਜਾ ਰਿਹਾ, ਪਤਾ ਹੀ ਨਹੀਂ ਕਿੰਨੀ ਕੁ ਸੰਗਤ ਹੈਗੀ ਆ ਜੀ। ਤੁਸੀਂ ਸੁਣੀ ਸੀ ਨਾ ਜੀ ਗੰਗਾ ਰਾਮ ਜੀ ਦੀ ਸਾਖੀ ਜੀ। ਗੰਗਾ ਰਾਮ ਜੀ ਵੀ ਇੱਥੇ ਅਨਾਜ ਵੇਚਣ ਆਏ ਸੀ, ਜਦੋਂ ਇੰਨੀ ਮਹਾਨ ਜਗ੍ਹਾ ਤੇ ਆਏ ਉਹਨਾਂ ਦਾ ਮਨ ਹੀ ਬਦਲ ਗਿਆ ਜੀ। ਉਹ ਕਹਿੰਦੇ ਮੈਂ ਵਪਾਰ ਨਹੀਂ ਕਰਨਾ, ਮਹਾਰਾਜ ਦੇ ਸਿੱਖ ਬਣ ਗਏ ਜੀ ਆ ਕੇ ਇੱਥੇ। ਰਹਿ ਜਿਤਕ ਸਰਕਾਰ ਕਮਾਏ। ਤੇ ਸੰਗਤਾਂ ਆਉਂਦੀਆਂ ਨੇ, ਕਈ ਚਲੇ ਜਾਂਦੀਆਂ ਨੇ, ਕਈ ਰਹਿ ਪੈਂਦੀਆਂ ਨੇ, ਸਾਰੇ ਹੀ ਸਰੋਵਰ ਦੀ ਸੇਵਾ ਕਰਦੇ ਪ੍ਰੇਮ ਨਾਲ ਜੀ। ਦੋਹਰਾ ਸੁਧਾ ਸਰੋਵਰ ਕੀ ਸ਼ੁਭਤ। ਚਾਹੋਂ ਦਿਸ਼ ਬਨੈ ਸਪਾਨ। ਸੋ ਬੜੀ ਛੇਤੀ ਛੇਤੀ ਮਹਾਰਾਜ ਨੇ ਸਾਰੇ ਪਾਸੇ ਪੌੜੀਆਂ ਬਣਵਾ ਦਿੱਤੀਆਂ ਜੀ ਸਰੋਵਰ ਦੇ ਵਿੱਚ ਜਾਣ ਵਾਸਤੇ, ਕਿਉਂ ਥਾਂ ਡੂੰਘੀ ਹੋ ਗਈ, ਹੇਠਾਂ ਵੀ ਉਤਰਨਾ, ਸੋ ਪੌੜੀਆਂ ਮਹਾਰਾਜ ਨੇ ਬਣਵਾ ਦਿੱਤੀਆਂ ਜੀ। ਹਾਂਜੀ, ਮਹਾ ਮਹਾਤਮ ਕੋ ਭਨਤ ਸ਼੍ਰੀ ਅਰਜਨ ਸੁਖਦਾਨ। ਤੇ ਮਹਾਰਾਜ ਸਿੱਖਾਂ ਨੂੰ ਕਹਿੰਦੇ ਤਗੜੇ ਹੋ ਕੇ ਸੇਵਾ ਕਰ ਲੋ, ਬੜੀ ਮਹਾਨ ਜਗ੍ਹਾ 'ਚ
ਬਹੁਤ ਮਹਾਨ ਸਥਾਨ ਹੈ। ਸੋ ਸਿੱਖ ਉਸ ਸਥਾਨ ਦੀ ਸੇਵਾ ਕਰਦੇ ਆ। ਇੱਕ ਦੋਹਰਾ ਹੋਰ ਸੁਣ ਲਓ। ਹਾਂਜੀ। ਪੁੰਨ ਸਤਿਗੁਰੂ ਵਿਚਾਰਿਕੈ ਸੰਮਤ ਬ੍ਰਿਧ ਤੇ ਆਦ। ਫਿਰ ਮਹਾਰਾਜ ਨੇ ਸਲਾਹ ਕੀਤੀ ਬਾਬਾ ਬੁੱਢਾ ਜੀ ਦੇ ਨਾਲ, ਭਾਈ ਗੁਰਦਾਸ ਜੀ ਦੇ ਨਾਲ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਬੁੱਢਾ ਸਾਹਿਬ ਦਾ ਕਿੰਨਾ ਵੱਡਾ ਯੋਗਦਾਨ ਹੈ ਜੀ ਸਾਡੇ ਵਿੱਚ। ਜਦੋਂ ਅੰਮ੍ਰਿਤਸਰ ਬਣਨਾ ਸੀ ਨਾ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਭੇਜਿਆ ਤੇ ਨਾਲ ਬਾਬਾ ਬੁੱਢਾ ਜੀ ਨੂੰ ਭੇਜਿਆ। ਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਕਹਿਣ ਲੱਗੇ, ਨਗਰ ਬਣਾਓ, ਮਾਇਆ ਜਿੰਨੀ ਚਾਹੀਦੀ ਬਾਬਾ ਬੁੱਢਾ ਜੀ ਕੋਲੋਂ ਲੈ ਲਓ। ਕਹਿਣ ਲੱਗੇ ਬਾਬਾ ਬੁੱਢਾ ਜੀ ਬੜੀ ਪਾਵਰ ਨੇ ਜੀ। ਬਾਬਾ ਬੁੱਢਾ ਜੀ ਦੇ ਨਾਲ, ਭਾਈ ਗੁਰਦਾਸ ਜੀ ਦੇ ਨਾਲ ਮਹਾਰਾਜ ਨੇ ਸਲਾਹ ਕੀਤੀ ਜੀ। ਚਾਹਤ ਰਚਿਓ ਨਿਜ ਸਦਨ ਕੋ ਜਿਸ ਕੀ ਥਿਰ ਬੁਨਿਆਦ। ਮਹਾਰਾਜ ਕਹਿ ਰਹੇ ਬਾਬਾ ਜੀ ਹੁਣ ਨੀਂਹ ਵੀ ਰੱਖੀਏ ਕਿਸੇ ਦਿਨ। ਕਹਿਣ ਲੱਗੇ ਹਰਿਮੰਦਰ ਸਾਹਿਬ ਦੀ ਨੀਂਹ ਵੀ ਰੱਖੀਏ, ਇਹ ਬੜੀ ਮਹਾਨ ਜਗ੍ਹਾ ਹੈ। ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਕਹਿੰਦੇ ਮਹਾਰਾਜ ਕਰਨਾ ਤੇ ਤੁਸਾਂ ਸਾਰਾ ਕੁਝ, ਪਰ ਜਦੋਂ ਸਲਾਹ ਲਈਏ ਨਾ ਨਾਲ ਦੇ ਬੰਦੇ ਦੀ ਤੇ ਨਾਲ ਵਾਲੇ ਖੁਸ਼ ਹੋ ਜਾਂਦੇ ਜੀ, ਉਹਨਾਂ ਦੀ ਖੁਸ਼ੀ ਮਿਲਦੀ ਜੀ। ਸੋ ਇਹਦੇ ਤੋਂ ਅੱਗੇ ਕਥਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਮਹਾਰਾਜ ਹੁਣ ਨੀਂਹ ਰੱਖਣਗੇ, ਸਾਰੇ ਕਾਰਜ ਕਰਨਗੇ, ਉਹ ਕਥਾ ਅਗਲੇ ਦਿਨਾਂ ਨੂੰ ਸਰਵਣ ਕਰਾਂਗੇ। ਇਹ ਖਜ਼ਾਨਾ ਹੀ ਹੈ। ਕਥਾ ਕਾਹਦੀ? ਇਹ ਖਜ਼ਾਨਾ ਹੀ ਹੈ ਸਾਧ ਸੰਗਤ ਜੀ। ਕਿੱਡੀ ਖੋਲ ਕੇ ਗੱਲ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਇਸੇ ਕਰਕੇ ਅਰਦਾਸ ਸ਼ਾਮਲ ਕੀਤਾ ਗਿਆ ਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਦੋ ਗੱਲਾਂ ਮੰਗੀਆਂ ਜੀ, ਦਰਸ਼ਨ ਵੀ ਇਸ਼ਨਾਨ ਵੀ। ਉੱਥੇ ਜਿੰਨੇ ਦਰਸ਼ਨ ਜ਼ਰੂਰੀ ਹੈ ਉਹਨਾਂ ਇਸ਼ਨਾਨ ਵੀ ਜ਼ਰੂਰੀ। ਤੇ ਮੈਂ ਸੱਚ ਦੱਸਦਾ ਅੰਮ੍ਰਿਤਸਰ ਵਾਲੇ, ਸਾਨੂੰ ਕਈ ਸਾਲ ਹੋ ਗਏ ਹੋਣਗੇ ਉੱਥੇ ਇਸ਼ਨਾਨ ਕੀਤਿਆਂ ਨੂੰ ਜੀ। ਹਾਂਜੀ, ਕੱਲ ਵੀ ਬੇਨਤੀ ਕੀਤੀ ਨਾ, ਜਿਹੜੀ ਚੀਜ਼ ਵਾਧੂ ਹੁੰਦੀ ਉਹਦੀ ਕਦਰ ਨਹੀਂ ਹੁੰਦੀ ਜੀ। ਪਿਛੇ ਜੇ ਅੰਮ੍ਰਿਤ ਵੇਲੇ ਲੁਧਿਆਣੇ ਤੋਂ ਪ੍ਰੇਮੀ ਮਿਲਿਆ, ਉਹ ਕਹਿੰਦਾ ਧੁੰਦ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਗੁਰੂ ਰਾਮਦਾਸ ਜੀ ਰੋਜ਼ ਲੈ ਆਉਂਦੇ ਨੇ। ਕਹਿਣ ਲੱਗਾ ਮੈਂ ਗੱਡੀ 'ਚ ਸੁੱਤੇ ਰਹਿਣਾ, ਡਰਾਈਵਰ ਨੇ ਗੱਡੀ ਚਲਾਉਣੀ, ਰੋਜ਼ ਸੇਵਾ ਕਰਕੇ ਇਸ਼ਨਾਨ ਕਰਕੇ ਫਿਰ ਲੁਧਿਆਣੇ ਜਾਣਾ। ਕਹਿਣ ਲੱਗੇ ਮੈਂ ਕਿਹਾ ਜੀ ਧੁੰਦ 'ਚ ਤੇ ਬੜਾ ਸਮਾਂ ਲੱਗ ਜਾਂਦਾ ਹੋਏਗਾ। ਕਹਿੰਦਾ ਹੁਣ ਤੇ ਰੋਡ ਵਧੀਆ ਬਣ ਗਏ ਆ, 4-4 5-5 ਘੰਟੇ ਵੀ ਮੈਨੂੰ ਲੱਗਦੇ ਰਹੇ ਆਉਣ ਵਾਸਤੇ। ਮੈਂ ਕਹਿੰਦੇ ਆਰਾਮ ਕਰਦੇ ਰਹਿਣਾ, ਡਰਾਈਵਰ ਨੇ ਗੱਡੀ ਚਲਾਉਣੀ, ਰੋਜ਼ ਇਸ਼ਨਾਨ ਕਰਕੇ ਉਹਨੇ ਲੁਧਿਆਣੇ ਜਾਣਾ ਜੀ। ਜਿਨ੍ਹਾਂ ਨੂੰ ਸਾਰ ਹੈ ਜੀ, ਤੇ ਆਪਾਂ ਨੂੰ ਤੇ ਸਾਲ ਹੀ ਹੋ ਗਿਆ ਹੁਣ ਇਸ਼ਨਾਨ ਕੀਤੇ ਆ। ਇਹਨਾਂ ਬਾਬਿਆਂ ਇਸ਼ਨਾਨ ਕੀਤਾ ਜੀ ਇੱਕ ਦਿਨ ਗੁਰਪੁਰਬ ਵਾਲੇ ਦਿਨ ਜੀ। ਉਸ ਤੋਂ ਬਾਅਦ ਨਹੀਂ ਕੀਤਾ ਨਾ, ਉਸ ਤੋਂ ਬਾਅਦ ਨਹੀਂ ਕੀਤਾ। ਬੁਖਾਰ ਭਾਵੇਂ ਸੀ ਪਰ ਉਸ ਤੋਂ ਬਾਅਦ ਨਹੀਂ ਕੀਤਾ। ਇਹਨਾਂ ਨੂੰ ਨਾ ਬੁਖਾਰ ਬਹੁਤ ਸੀਗਾ ਜੀ, ਬੜੀ ਤੇਜ਼ ਬੁਖਾਰ ਸੀਗਾ। ਤੇ ਡਾਕਟਰ ਕੋ ਗੋਲੀ ਵੀ ਖਾਧੀ ਤੇ ਆਰਾਮ ਨਾ ਪਿਆ ਜੀ। ਤੇ ਗੁਰਪੁਰਬ ਵਾਲਾ ਦਿਨ ਸੀਗਾ ਤੇ ਇਹ ਕਹਿੰਦੇ ਵੀ ਮੈਂ ਮਸਾਂ ਹੀ ਮੋਟਰਸਾਈਕਲ ਚਲਾ ਕੇ ਪਹੁੰਚਿਆ ਪਰਿਵਾਰ ਸਮੇਤ। ਭੀੜ ਬਹੁਤ ਸੀਗੀ ਮੋਟਰਸਾਈਕਲ ਸਟੈਂਡ ਤੇ, ਪੌਣਾ ਘੰਟਾ ਕਹਿੰਦੇ ਉੱਥੇ ਲੱਗ ਗਿਆ ਜੀ। ਤੇ ਕਹਿੰਦੇ ਮੈਨੂੰ ਪਤਾ ਵੀ ਮੈਂ ਕਿਵੇਂ ਖਲੋਤਾ ਉੱਥੇ। ਤੇ ਜਾਂਦਿਆਂ ਹੀ ਕੱਪੜੇ ਉਤਾਰ ਕੇ ਮੈਂ ਸਰੋਵਰ 'ਚ ਵੜ ਗਿਆ। ਕਮਜ਼ੋਰੀ ਸੀਗੀ, ਸਰੀਰ ਕੰਬਦਾ ਸੀਗਾ, ਬੁਖਾਰ ਸੀਗਾ। ਕਹਿੰਦੇ ਬਸ ਐਂਟਰ ਹੀ ਹੋਇਆ ਜੀ, ਇੱਕਦਮ ਸਭ ਕੁਝ ਗਾਇਬ ਹੋ ਗਿਆ ਜੀ। ਕਹਿੰਦੇ ਉਹਦੇ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਕੱਪੜੇ ਪਾਏ ਆ, ਸਾਰੇ ਕਿਤੇ ਦਰਸ਼ਨ ਮੇਲੇ ਕੀਤੇ ਆਨੰਦ 'ਚ ਜੀ। ਅਸੀਂ ਲਾਗੇ ਦੇ ਆ ਨਾ ਜੀ, ਫਿਰ ਸਾਰ ਘੱਟ ਹੁੰਦੀ ਹੈ ਜੀ। ਹਾਂਜੀ, ਤੇ ਜਦੋਂ ਕਿਤੇ ਰੋਗ ਘੇਰ ਲਵੇ ਬੰਦੇ ਨੂੰ, ਫਿਰ ਗੁਰੂ ਰਾਮਦਾਸ ਦੀ ਗੱਲ ਬੰਦਾ ਮੂੰਹ ਕਰਦਾ ਵੀ ਮਨਾ ਚੱਲ ਗਿਆ ਹੁਣ ਛੇਤੀ। ਕਰਿਆ ਕਰੋ, ਯਤਨ ਕਰਿਆ ਕਰੋ, ਹਫ਼ਤੇ 'ਚ ਇੱਕ ਵਾਰੀ ਇਸ਼ਨਾਨ ਹੋ ਜਾਏ। ਅਰਦਾਸ ਕਰੋ ਮਹਾਰਾਜ ਜੇ ਸਾਨੂੰ ਅੰਮ੍ਰਿਤਸਰ 'ਚ ਘਰ ਦਿੱਤੇ ਆ, ਆਪਣੇ ਅਸਥਾਨ ਦੇ ਵੀ ਦਰਸ਼ਨ ਤੇ ਇਸ਼ਨਾਨ ਵੀ ਬਖਸ਼ੋ ਮਹਾਰਾਜ। ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਵੀ ਅਕਾਲ ਪੁਰਖ ਹੀ ਨੇ, ਫਰਕ ਨਹੀਂ ਜਾਣਨਾ, ਉਹ ਵੀ ਅਕਾਲ ਪੁਰਖ ਹੀ ਨੇ। ਆ ਪੰਕਤੀ ਪੜ੍ਹ ਲਓ, ਫਿਰ ਦਾਸ ਖਿਮਾ ਮੰਗੇਗਾ।
ਸਾਰੇ ਪ੍ਰੇਮ ਨਾਲ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਜਪੋ ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗੁਰੂ ਰਾਮਦਾਸ ਜੀ ਕਹਿ ਰਹੇ ਨੇ, ਸ੍ਰੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿੱਖੋ ਫਰਕ ਨਾ ਰੱਖਿਆ ਕਰੋ, ਗੁਰੂ ਪ੍ਰਤੱਖ ਰੱਬ ਹੈ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ। ਨਾਨਕ ਭਾਗ ਵੱਡੇ ਤਿਸ ਜਨ ਕੇ, ਜੋ ਹਰ ਚਰਣੀ ਚਿਤ ਲਾਏ। ਕਹਿੰਦੇ ਉਸ ਬੰਦੇ ਦੇ ਵੱਡੇ ਭਾਗ ਜਿਹੜੇ ਗੁਰੂ ਦੇ ਅੰਮ੍ਰਿਤ ਬਚਨ ਸੁਣ ਕੇ ਰੱਬ ਦੇ ਚਰਨਾਂ ਨਾਲ ਧਿਆਨ ਜੋੜ ਲੈਂਦਾ ਹੈ ਜੀ। ਬਾਬਾ ਦੀਪ ਸਿੰਘ ਜੀ ਨੇ ਜੋੜਿਆ ਕਿ ਨਹੀਂ ਧਿਆਨ ਜੀ? ਕਿੰਨੇ ਲੰਗਰ ਲੱਗੇ ਸੀਗੇ ਅੱਜ ਸ਼ਹਿਰ 'ਚ। ਹਾਂਜੀ, ਹੋਰ ਕਿਸੇ ਬੰਦੇ ਦੇ ਜਨਮ ਦਿਨ ਤੇ ਲੱਗਦੇ ਨਹੀਂ ਹੈ ਜੀ। ਕਿੰਨੇ ਲੀਡਰ, ਕਿੰਨੇ ਰਾਜੇ ਮਹਾਰਾਜੇ ਹੋਏ ਇਸ ਧਰਤੀ ਤੇ ਜੀ।
ਕਿਸੇ ਦੇ ਜਨਮ ਦਿਨ ਤੇ ਲੱਗਦੇ ਜੀ ਇੰਜ ਲੰਗਰ ਦੀ, ਪਰ ਜਿਨ੍ਹਾਂ ਨੇ ਰੱਬ ਦੇ ਚਰਨਾਂ ਨਾਲ ਚਿੱਤ ਜੋੜ ਲਿਆ ਨਾ ਜੀ, ਕਿੰਨੇ ਲੰਗਰ ਲੱਗੇ ਸੀਗੇ ਜੀ। ਅੱਜ ਹਰ ਸੜਕ ਤੇ ਜਾਓ ਉੱਥੇ ਲੰਗਰ 2 4 5 ਲੱਗੇ ਹੀ ਸੀਗੇ ਜੀ। ਇਹ ਬਾਬਾ ਜੀ ਦਾ ਪ੍ਰਤਾਪ, ਭਜਨ ਦਾ ਪ੍ਰਤਾਪ, ਬਾਣੀ ਦਾ ਪ੍ਰਤਾਪ ਹੈਗਾ ਜੀ। ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ